ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅੱਜ ਇਹ ਪੁੱਛਣਾ ਸੀ ਬਈ ਜਿਵੇਂ ਇੱਕ ਭਗਤ ਕਾਲ ਤੇ ਇੱਕ ਗੁਰੂ ਕਾਲ ਕਿਹਾ ਜਾਂਦਾ ਹੈ, ਵੀ ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜੋ ਪ੍ਰਚਾਰ ਹੋਇਆ ਇਹਨੂੰ ਇਹ ਗੁਰੂ ਕਾਲ ਕਹਿ ਦਿੰਦੇ ਨੇ, ਅਤੇ ਜਿਹੜੇ ਭਗਤ ਜਿਸ ਸਮੇਂ 'ਚ ਹੋਏ ਉਹਨੂੰ ਭਗਤ ਕਾਲ ਕਹਿ ਦਿੰਦੇ ਨੇ। ਵੀ ਕੀ ਇਹ ਦੋਹੇ ਕਾਲਾਂ ਦਾ ਪ੍ਰਚਾਰ ਦਾ ਕੋਈ ਫਰਕ ਸੀ ਜੀ? ਕੋਈ ਇਹਨਾਂ ਦੇ ਵਿੱਚ ਕੋਈ ਘਾਟਵਾਦ ਸੀ? ਅਤੇ ਕੀ ਜਿਹੜਾ ਭਗਤ ਕਾਲ ਹੈ ਉਹ ਭਗਤ ਕਾਲ ਦੇ ਵਿੱਚ ਸਿਰਫ ਉਹੀ ਭਗਤ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਜਿਨ੍ਹਾਂ ਦੀ ਬਾਣੀ ਦਰਜ ਹੈ, ਕਿ ਕੁਛ ਹੋਰ ਵੀ ਭਗਤ ਨੇ ਜਿਨ੍ਹਾਂ ਦੀ ਬਾਣੀ ਦਰਜ ਨਹੀਂ ਹੈ ਆਪਣੇ ਕੋਲ? ਹਰੇ ਪਤਾ ਕਿਵੇਂ ਲੱਗਦਾ ਵੀ ਇਹ ਭਗਤ ਹੈ? ਇਹ ਕਿੱਥੋਂ ਕਿਵੇਂ ਪਤਾ ਲੱਗਦਾ? ਅਤੇ ਇੱਕ ਇਹ ਵੀ ਹੈ ਵੀ ਵਿੱਚ ਵੀ ਜਿਵੇਂ ਮੀਰਾਬਾਈ ਜਾਂ ਤੁਲਸੀਦਾਸ ਜਾਂ ਜਿਹੜੇ ਆਹ ਗਿਰਧਰ ਕਵੀ ਰਾਏ ਵਗੈਰਾ ਹੋਏ ਨੇ, ਬਈ ਇਹਨਾਂ ਨੂੰ ਵੀ ਕਈ ਵਾਰ ਉਹ ਭਗਤ ਕਬੀਰ ਜੀ ਦੇ ਬਰਾਬਰ ਹੀ ਮੰਨ ਲੈਂਦੇ ਆ। ਕੀ ਇਹ ਗੱਲ ਠੀਕ ਹੈ ਜੀ? ਕੀ ਗੁਰੂ ਕਾਲ ਤੇ ਭਗਤ ਕਾਲ 'ਚ ਕੋਈ ਫਰਕ ਸੀ? ਕਿਉਂ ਇਹਦੇ ਬਾਰੇ ਜਾਣਕਾਰੀ ਚਾਹੀਦੀ ਸੀ ਬਾਬਾ ਜੀ। ਦੇਖੋ, ਜਿਹੜਾ ਤਾਂ ਤੁਹਾਡਾ ਅਕੈਡਮਿਕ ਲੈਵਲ ਦੀ ਗੱਲ ਹੈ, ਜਿਹੜੇ ਵਿਦਵਾਨਾਂ ਦੀ ਗੱਲ ਹੈ, ਉਹ ਮੀਰਾਬਾਈ ਨੂੰ, ਦਾਦੂ ਨੂੰ, ਇਹਨਾਂ ਨੂੰ ਭਗਤ ਮੰਨਦੇ ਨੇ। ਇਹ ਭਗਤ ਨਹੀਂ ਹੈਗੇ। ਭਗਤ ਗਿਣਵੇਂ ਚੁਣਵੇਂ ਨੇ ਗੁਰਬਾਣੀ ਦੇ ਲੈਵਲ ਦੇ ਜਿਹੜੇ ਭਗਤ ਨੇ, ਜਿਹਨੇ ਨਿਰਾਕਾਰ ਦੀ ਗੱਲ ਕੀਤੀ। ਮੀਰਾਬਾਈ ਨੇ ਨਹੀਂ ਕੀਤੀ ਨਿਰਾਕਾਰ ਦੀ ਗੱਲ। ਕਦ ਕਹਿੰਦੀ ਹੈ? ਮੀਰਾਬਾਈ ਨੇ ਤਾਂ ਕੋਈ ਗੱਲ ਨਹੀਂ ਕੀਤੀ। ਉਹ ਤਾਂ ਕਹਿੰਦੀ ਹੈ ਮੀਰਾਂ ਤੋਂ ਆਪ ਪ੍ਰੇਮ ਦੀਵਾਨੀ ਸਾਂਵਰੀਆ ਵਰ ਪਾਉਣਾ। ਉਹ ਤਾਂ ਔਰਤ ਹੈ, ਉਹ ਤਾਂ ਆਦਮੀ ਦੀ ਪੂਜਾ ਕਰ ਰਹੀ ਹੈ। ਕ੍ਰਿਸ਼ਨ ਦੀ ਭਗਤ ਹੈ, ਉਹ ਤਾਂ ਵਿਅਕਤੀ ਪੂਜਕ ਹੈ। ਤੁਸੀਂ ਮੀਰਾਬਾਈ ਨੂੰ ਭਗਤਾਂ ਨਹੀਂ ਗਣਤਾ। ਇਸ ਕਰਕੇ ਯੂਨੀਵਰਸਿਟੀ ਵਾਲਿਆਂ ਨੂੰ ਕੁਛ ਨਹੀਂ ਪਤਾ ਭਗਤੀ ਮਾਰਗ ਬਾਰੇ। ਭਗਤੀ ਮਾਰਗ ਉਦੋਂ ਤੋਂ ਸ਼ੁਰੂ ਨਹੀਂ ਹੋਇਆ ਜਦ ਤੋਂ ਤੁਸੀਂ ਮੰਨਦੇ ਹੋ। ਭਗਤੀ ਮਾਰਗ ਸ਼ੁਰੂ ਸ੍ਰਿਸ਼ਟੀ ਦੇ ਨਾਲ ਭਗਤੀ ਮਾਰਗ ਸ਼ੁਰੂ ਹੋ ਗਿਆ। ਸ੍ਰਿਸ਼ਟੀ ਪੈਦਾ ਹੀ ਭਗਤੀ ਤੋਂ ਹੋਈ ਹੈ। ਹੁਕਮ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਹੁਕਮ ਨੂੰ ਬੁੱਝਣਾ ਭਗਤੀ ਹੈ। ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ। ਹੁਕਮ ਨੂੰ ਬੁੱਝਣਾ ਭਗਤੀ ਹੈ। ਹੁਕਮ ਬੂਝ ਪਰਮ ਪਦ ਪਾਈ। ਭਗਤਾਂ ਦੀ ਲਿਸਟ ਵਿੱਚ ਸਭ ਤੋਂ ਪਹਿਲਾਂ ਧਰੂ ਪ੍ਰਹਲਾਦ ਦਾ ਨਾਮ ਆਉਂਦਾ। ਦੁਆਪਰ ਵਿੱਚ ਵੀ ਭਗਤ ਨੇ, ਤ੍ਰੇਤੇ ਦੇ ਵਿੱਚ ਵੀ ਭਗਤ ਨੇ। ਕੁਝ ਭਗਤਾਂ ਦਾ ਸਾਡੇ ਕੋਲ ਰਿਕਾਰਡ ਨਹੀਂ ਹੈ, ਉਹਨਾਂ ਦੀ ਲਿਖਤਾਂ ਨਹੀਂ ਹੈ, ਪਰ ਭਗਤ ਹੈਗੇ ਨੇ, ਉਹਨਾਂ ਦੇ ਨਾਮ ਆਉਂਦੇ ਨੇ। ਜਾਂ ਤਾਂ ਉਹਨਾਂ ਦੀ ਭਾਸ਼ਾ ਹੋਰ ਹੈ, ਸਾਨੂੰ ਤਾਂ ਨਹੀਂ ਦਿੱਤੇ, ਅਸੀਂ ਸਾਡੇ ਕੋਲ ਪੜ੍ਹਾਈ ਉਹਦੀ ਹੈ ਨਹੀਂ, ਪਰ ਰਿਕਾਰਡ ਦੇ ਵਿੱਚੋਂ ਭਗਤ ਹੈਗੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਨਾਮ ਦਰਜ ਨੇ, ਭਗਤਾਂ ਦੇ ਆਉਂਦੇ ਨੇ। ਤੇ ਭਗਤ ਸੁਦਾਮੇ ਨੂੰ ਵੀ ਮੰਨਿਆ ਹੈ, ਪਰ ਉਹਦਾ ਸਾਡੇ ਕੋਲ ਕੋਈ ਲਿਖਤ ਰਿਕਾਰਡ ਨਹੀਂ ਹੈ। ਹੋਰ ਵੀ ਨੇ ਭਗਤਾਂ ਦੇ ਨਾਮ ਆਉਂਦੇ ਦੁਆਪਰ 'ਚ, ਤ੍ਰੇਤੇ 'ਚ ਵੀ ਆਉਂਦੇ ਨੇ। ਸ਼ਮੂਕ ਰਿਸ਼ੀ ਦਾ ਵੀ ਭਗਤਾਂ 'ਚ ਨਾਮ ਆਉਂਦਾ, ਪਰ ਉਹਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ, ਉਹਦੀ ਕੋਈ ਲਿਖਤ ਬਾਣੀ ਨਹੀਂ ਹੈ। ਸ਼ਮੂਕ ਦਾ ਰਿਕਾਰਡ ਗੁਰਬਾਣੀ 'ਚ ਵੀ ਨਹੀਂ ਆਉਂਦਾ, ਨਹੀਂ ਆਉਂਦਾ ਬਾਣੀ 'ਚ। ਉਹ ਆਉਂਦਾ। ਬਹੁਤ ਸਾਰੇ ਹੋਰ ਵੀ ਭਗਤ ਨੇ ਜਿਨ੍ਹਾਂ ਦਾ ਗੁਰਬਾਣੀ 'ਚ ਨਾਮ ਨਹੀਂ ਆਉਂਦਾ। ਉਹ ਭਗਤ ਹੋਣੇ ਨੇ ਉਦੋਂ ਪੁਰਾਣੇ ਜ਼ਮਾਨੇ 'ਚ। ਖੈਰ, ਭਗਤੀ ਕੀ ਹੈ? ਭਗਤੀ ਹੁਕਮ ਨੂੰ ਬੁੱਝਣਾ ਭਗਤੀ ਹੈ। ਹੁਕਮ ਵਿੱਚ ਚੱਲਣਾ ਭਗਤੀ ਹੈ। ਹੁਕਮ ਨੂੰ ਮੰਨਣਾ ਭਗਤੀ ਹੈ। ਹੁਕਮ ਬੂਝ ਪਰਮ ਪਦ ਪਾਈ। ਔਰ ਹੁਕਮ ਹੀ ਨਾਮ ਹੈ। ਜਿਹਨੂੰ ਨਾਮ ਕਹਿੰਦੇ ਹੁਕਮ ਹੈ। ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਮੈਂ ਬੋਲਿਆ ਇਹੀ ਹੁਕਮ ਹੈ। ਗੁਰਬਾਣੀ ਹੁਕਮ ਹੀ ਹੈ। ਹੁਕਮ ਬਿਨਾਂ ਕੰਨਾਂ ਤੇ ਸੁਣਨ ਵਾਲੀ ਚੀਜ਼ ਹੈ, ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਹੈ। ਉਹਨੂੰ ਗੁਰਬਾਣੀ ਬਣਾ ਕੇ ਦੱਸਿਆ, ਜਿਹੜਾ ਬੋਲਿਆ, ਜਿਹੜਾ ਇਹ ਹੁਕਮ ਹੀ ਬੋਲਿਆ। ਉਹਨੇ ਬੁਲਾਇਆ, ਕੋਈ ਪਰਮੇਸ਼ਰ ਨੇ ਬੁਲਾਇਆ, ਇਹਨਾਂ ਨੇ ਬੋਲਿਆ, ਉਹ ਭਗਤੀ ਹੈ। ਤੇ ਜਿਹੜੇ ਤੁਸੀਂ ਭਗਤਾਂ ਦੀ ਲਿਸਟ ਦੱਸੀ ਹੈ, ਉਹ 'ਚੋਂ ਭਗਤ ਨਹੀਂ ਹੈ ਬਹੁਤ ਸਾਰੇ।
ਕਬੀਰ ਦਾ ਜਿਹੜਾ ਗੁਰੂ ਹੈ ਰਾਮਾਨੰਦ ਨਹੀਂ ਸੀ ਭਗਤ, ਉਹ ਸੰਤ ਸੀ। ਕਬੀਰ ਖੁਦ ਵੀ ਨਹੀਂ ਸੀ ਪਹਿਲਾਂ ਭਗਤ, ਉਹਦਾ ਹੀ ਚੇਲਾ ਸੀ, ਮਾਲਾ ਫੇਰਦਾ ਸੀ। ਕਬੀਰ ਨੇ ਜਿਹੜੀ ਹਿਸਟਰੀ ਦੱਸੀ ਹੈ ਆਪਣੀ, ਕਬੀਰ ਹੁਣ ਦੇ ਕਾਲ ਦੇ ਵਿੱਚ ਜਦੋਂ ਗੁਰਬਾਣੀ ਹੈ ਤਾਂ ਸਭ ਤੋਂ ਪਹਿਲਾਂ ਗਿਆਨ ਕਬੀਰ ਨੂੰ ਹੋਇਆ ਕਿੱਥੋਂ ਹੈ? ਮਗਰ ਤੋਂ ਹੋਇਆ ਜਾ ਕੇ। ਮਗਰ ਨਾਰਦ ਦਾ ਵਸਾਇਆ ਹੋਇਆ ਸ਼ਹਿਰ ਹੈ। ਨਾਰਦ ਮੁਨੀ ਹੈ ਜਿਹੜਾ ਨਾਰਦ, ਉਹ ਨਾਰਦ ਦੀ ਵਿਚਾਰਧਾਰਾ ਹੋਰ ਹੈ, ਭਗਤੀ ਹੈ। ਕਾਸ਼ੀ ਦੀ ਵਿਚਾਰਧਾਰਾ ਹੋਰ ਹੈ, ਇਹ ਭਗਤੀ ਨਹੀਂ ਹੈ। ਕਾਸ਼ੀ ਵਿੱਚ ਮਾਲਾ ਫੇਰੀ ਜਾਂਦੀ ਸੀ, ਹੁਣ ਵੀ ਫੇਰੀ ਜਾਂਦੀ ਹੈ। ਮੰਦਰ ਮੂਰਤੀ ਪੂਜਾ ਕਾਸ਼ੀ ਵਿੱਚ ਹੁਣ ਵੀ ਹੈ, ਜਦ ਵੀ ਸੀ। ਕਬੀਰ ਦਾ ਜਿਹੜਾ ਗੁਰੂ ਆ ਉਹ ਮਾਲਾ ਫੇਰਦਾ ਸੀ, ਠਾਕਰ ਦੁਆਰੇ ਜਾਂਦਾ ਸੀ। ਉਹਨੇ ਆਪਣੇ ਸ਼ਬਦ ਵਿੱਚ ਵੀ ਲਿਖਿਆ ਹੈ। ਤੇ ਕਬੀਰ ਨੇ ਵੀ ਸਾਰੀ ਕਹਾਣੀ ਆਪਣੀ ਲਿਖੀ ਹੈ ਵੀ ਕਿਉਂ ਮੈਂ ਕਿਵੇਂ ਭਗਤੀ 'ਚ ਆਇਆ, ਕਿਵੇਂ ਮੈਨੂੰ ਲਿਆਂਦਾ ਗਿਆ, ਕਿਵੇਂ ਮੈਂ ਫਸ ਗਿਆ, ਕਿਵੇਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਜੋ ਚੀਜ਼ ਤੁਸੀਂ ਵਾਅਦਾ ਕੀਤਾ ਸੀ ਮਿਲੂਗਾ, ਪ੍ਰਾਪਤੀ ਮੈਨੂੰ ਨਹੀਂ ਹੋਈ, ਹੁਣ ਦੱਸੋ ਮੈਂ ਕੀ ਕਰਾਂ। ਫਿਰ ਉਹਨਾਂ ਨੇ ਲਾਲਚ ਦਿੱਤਾ ਕਬੀਰ ਨੂੰ ਵੀ ਰਿੱਧੀ ਸਿੱਧੀ ਮਿਲਦੀ ਹੁੰਦੀ ਹੈ, ਤਾਂ ਭਗਤੀ 'ਚ ਹੋਰ ਨਹੀਂ ਕੁਛ ਮਿਲਦਾ ਹੁੰਦਾ, ਮਾਇਆ ਵਾਲੀ 'ਚ। ਫਿਰ ਉਹਨੇ ਕਿਹਾ ਮੈਨੂੰ ਤਾਂ ਰਿੱਧੀ ਸਿੱਧੀ ਪਹਿਲਾਂ ਤਾਂ ਤੁਸੀਂ ਭਾਈ ਕਿਹਾ ਵੀ ਮਾਇਆ ਤੋਂ ਤੁਸੀਂ ਤਿਆਗ ਕਰਨਾ, ਭਗਤੀ ਦੇ ਵਿੱਚ ਮਾਇਆ ਤੋਂ। ਹੁਣ ਤੁਸੀਂ ਕਹਿੰਦੇ ਹੋ ਮਾਇਆ ਮਿਲੂਗੀ, ਰਿੱਧੀ ਸਿੱਧੀ ਮਿਲੂਗੀ, ਤੁਸੀਂ ਮੇਰੇ ਨਾਲ ਠੱਗੀ ਕੀਤੀ ਹੈ। ਤਾਂ ਬਨਾਰਸ ਕੇ ਠੱਗ ਕਹਿੰਦੇ ਨੇ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਤੁਸੀਂ ਤਾਂ ਠੱਗੀ ਮਾਰੀ ਹੈ ਮੇਰੇ ਨਾਲ, ਮੇਰੀ ਸਾਰੀ ਉਮਰ ਖਰਾਬ ਕਰਤੀ। ਫਿਰ ਕਬੀਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਓ, ਮਰਤੀ ਬੇਰ ਮਗ ਹਰ ਉਠ ਆਇਓ। ਮੈਂ ਮੰਦਰ ਕਿਨਾਰੇ ਮਗਰ ਆਇਆ, ਮਗਰ ਵਾਲਿਆਂ ਦੀ ਗੱਲ ਮੰਨ ਲਈ। ਉਹ ਮੈਨੂੰ ਬਥੇਰਾ ਸਮਝਾਉਂਦੇ ਰਹੇ, ਉਹ ਜਾਣਦੇ ਇਹਦੇ 'ਚ ਕੁਛ ਨਹੀਂ ਮਿਲਣਾ ਤੈਨੂੰ ਮਾਇਆ 'ਚ, ਜੇ ਤੂੰ ਚਾਹੁੰਦਾ ਜਿਹੜੀ ਚੀਜ਼ ਉਹ ਮਗਰ ਮਿਲੂਗੀ। ਸਾਡੇ ਕੋਲ ਲਿਖਤਾਂ ਹੀ ਨੇ, ਸਮਝ ਸਾਨੂੰ ਵੀ ਬਹੁਤ ਘੱਟ ਹੈ, ਪਰ ਮੂਰਤੀ ਪੂਜਾ ਜਿਹੜੀ ਇਹਦੇ ਬਾਰੇ ਸਾਨੂੰ ਸਮਝ ਹੈ ਜੋ ਕੁਛ ਨਹੀਂ ਮਿਲਦਾ ਹੁੰਦਾ। ਉਹ 3-4 ਸ਼ਬਦ ਨੇ ਕਬੀਰ ਦੇ, ਉਹਨਾਂ ਦੀ ਵਿਆਖਿਆ ਕਰਾਂਗੇ। ਸਾਰੀ ਕਹਾਣੀ ਮੈਨੂੰ ਉਹ 'ਚੋਂ ਸਮਝ ਆਈ ਹੋਈ ਹੈ। ਕਬੀਰ ਛੱਡ ਕੇ ਮਾਘਰ ਜਾਂਦਾ, ਉੱਥੇ ਗ੍ਰੰਥ ਨੇ ਪੜ੍ਹਦਾ, ਉਹਨੂੰ ਸਮਝ ਆ ਜਾਂਦੀ ਹੈ। ਫਿਰ ਉਹ ਲਿਖਦਾ ਪਹਿਲੇ ਦਰਸ਼ਨ ਮਾਘਰ ਪਾਇਓ, ਫੁਰਨ ਕਾਸ਼ੀ ਬਸੇ ਆਈ। ਪਹਿਲਾਂ ਮੈਨੂੰ ਸਮਝ ਮਗਰ ਆਈ ਹੈ, ਫਿਰ ਮੈਂ ਆ ਕੇ ਕਾਸ਼ੀ ਬਸਿਆ। ਤੇ ਉਹ ਤੋਂ ਬਾਅਦ ਕਬੀਰ ਦੇ ਗੁਰੂ ਨੂੰ ਰਾਮਾਨੰਦ ਨੂੰ ਪਤਾ ਲੱਗਿਆ। ਰਾਮਾਨੰਦ ਨੇ ਵੀ ਉਹ ਬੰਨੀ ਹੈ ਗੱਲ, ਹਾਂ ਵੀ ਤੇਰੇ ਵਾਲੀ ਠੀਕ ਹੈ। ਰਾਮਾਨੰਦ ਦਾ ਵੀ ਇੱਕ ਸ਼ਬਦ ਗੁਰਬਾਣੀ 'ਚ ਦਰਜ ਹੈ। ਉਹ ਸ਼ਬਦ ਕੀ ਹੈ? ਉਹ ਸ਼ਬਦ ਇਹ ਹੈ, ਰਾਮਾਨੰਦ ਦੇ ਫਿਰ ਮਨ ਦੇ ਵਿੱਚ ਆਇਆ। ਰਾਮਾਨੰਦ ਨੂੰ ਕਹਿਣ ਲੱਗੇ, ਚੇਲੇ ਬਹੁਤ ਸੀ ਨਾ, ਇੱਜ਼ਤ ਬਹੁਤ ਹੁੰਦੀ ਸੀ, ਮੰਦਰ ਜਾ ਜਾਂਦਾ ਸੀ, ਲੈਣ ਲੱਗ ਜਾਂਦੇ ਸੀ ਮੱਥਾ ਟੇਕਣ ਵਾਲਿਆਂ ਦੀ, ਤਾਂ ਉਹਨੂੰ ਦਿੰਦੇ ਹੀ ਨਹੀਂ ਸੀ। ਇੱਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਚਿੱਤ ਦੇ ਵਿੱਚ ਇੱਛਾ ਜਾ ਪੈਦਾ ਫੇਰ ਹੋ ਗਈ। ਕਾਸ ਚੰਦਨ ਚੋਆ ਬਹੁਤ ਸੁਗੰਧ, ਚੰਦਨ ਚੋਆ ਮਿਲਾ ਕੇ, ਸੁਗੰਧੀ ਮਿਲਾ ਕੇ ਜਾਂਦਾ ਸੀ ਨਾ ਪੂਜਣ। ਪੂਜਣ 40 ਬ੍ਰਹਮ ਠਾਏ, 40 ਸ਼ਬਦ ਆਇਆ ਇੱਥੇ। ਪੁਲਿੰਗ ਆਉਂਦਾ ਹੁੰਦਾ, ਇਸਤਰੀ ਲਿੰਗ ਆਉਂਦਾ ਹੁੰਦਾ, ਪੁਲਿੰਗ ਨਹੀਂ ਆਉਂਦਾ ਹੁੰਦਾ। ਇੱਥੇ ਬੁੱਧੀ ਹੈ, ਵਿਵੇਕ ਬੁੱਧੀ ਚੱਲੀ ਹੈ। 40 ਲਫ਼ਜ਼ ਆਇਆ, ਇਹਦਾ ਮਤਲਬ ਹੈ ਹੁਣ ਭਗਤੀ 'ਚ ਬੋਲ ਰਿਹਾ, ਉਹ 40 ਲਿਖ ਰਿਹਾ। ਗੁਰਮੁਖੀ ਸ਼ਬਦ ਹੈ, ਗੁਰਮੁਖ ਨਹੀਂ ਹੈ। ਸਿਆਰੀ ਨਾਲ ਆ ਰਿਹਾ ਸਾਰੀ ਗੁਰੂ ਗ੍ਰੰਥ ਸਾਹਿਬ, ਇੱਥੇ ਕਰਕੇ ਇਸਤਰੀ ਲਿੰਗ ਆ ਰਿਹਾ। ਬੁੱਧੀ ਦੀ ਗੱਲ ਹੈ, ਵਿਵੇਕ ਬੁੱਧ ਬਦਲੀ ਹੈ। ਹੁਣ ਵਿਵੇਕ ਬੁੱਧੀ ਚੱਲ ਰਹੀ ਹੈ। ਸੰਸਾਰ 'ਚ ਵਿਵੇਕ ਨਹੀਂ ਹੁੰਦਾ, ਵਿਵੇਕ ਬੁੱਧੀ ਹੁੰਦੀ ਹੈ। ਜਦ ਵਿਵੇਕ ਕੰਮ ਕਰਦਾ, ਬੁੱਧੀ ਦੇ ਸ਼ਕਲ ਦੇ ਵਿੱਚ ਕੰਮ ਕਰਦਾ। ਜਦ ਲੋਹਾ ਵੱਢਦਾ ਤਾਂ ਧਾਰ ਬਣਦੀ ਹੈ, ਉਹਦੀ ਧਾਰ, ਤਲਵਾਰ ਦੀ ਧਾਰ, ਕੁਹਾੜੀ ਦੀ ਧਾਰ, ਬਰਛੇ ਦੀ ਧਾਰ, ਹਰੇਕ ਚੀਜ਼ ਦੀ ਧਾਰ ਹੁੰਦੀ ਹੈ। ਧਾਰਾ, ਵਿਚਾਰ ਧਾਰਾ, ਉਹ ਧਾਰ ਹੈ। ਉਹ ਵੀ ਖੰਡੇ ਦੀ ਧਾਰ, ਤਲਵਾਰ ਦੀ ਧਾਰ, ਖੰਡਿਓ ਤਿੱਖੀ ਵਾਲੋਂ ਨਿੱਕੀ ਧਾਰਾ ਹੈ ਇਹ ਬੁੱਧੀ। ਪੂਜਣ 40 ਬ੍ਰਹਮ ਠਾਏ, ਗੁਰ ਬ੍ਰਹਮ ਬਤਾਇਓ ਮਨਹਿ ਮਾਹੇ। ਹੁਣ ਇਹ ਗੁਰ ਕਿਹਨੂੰ ਕਹਿ ਰਿਹਾ ਹੈ? ਕਬੀਰ ਰਾਮਾਨੰਦ। ਗੁਰਬਾਣੀ ਸ਼ਬਦ ਦਰਜ ਹੈ।
ਗੁਰ ਬ੍ਰਹਮ ਬਤਾਇਓ ਮਨ ਹੀ ਮਾਹੇ। ਮੇਰੇ ਗੁਰਦੇਵ ਨੇ ਮੈਨੂੰ ਬ੍ਰਹਮ ਦੱਸਿਆ ਵੀ ਤੇਰੇ ਮਨ ਦੇ ਵਿੱਚ ਇਹੋ। ਇਹਦਾ ਮਨ ਥਾਲੀ ਉੱਥੇ ਹੀ ਰੱਖਤੀ, ਨਹੀਂ ਗਿਆ। ਕਹਿੰਦਾ ਵਹਾਂ ਤਾਂ ਜਾਈਏ ਜੇ यहाँ ਨਾ ਹੋਏ। ਜੇ ਇੱਥੇ ਨਹੀਂ ਹੈ, ਜੇ ਸਰਬ ਵਿਆਪੀ ਹੈ, ਮੈਂ ਨਹੀਂ ਜਾਂਦਾ ਉੱਥੇ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਰਜ ਹੈ। ਅੱਜ ਪ੍ਰਚਾਰ ਇਹੀ ਹੋ ਰਿਹਾ ਹੈ ਕਿ ਰਾਮਾਨੰਦ ਕਬੀਰ ਦਾ ਗੁਰੂ ਹੈ। ਉਹ ਕਬੀਰ ਗੁਰੂ ਹੈ ਕਿ ਰਾਮਾਨੰਦ ਗੁਰੂ ਹੈ? ਰਾਮਾਨੰਦ ਗੁਰੂ ਥਾ, ਬਾਅਦ ਦੇ ਵਿੱਚ ਕਬੀਰ ਗੁਰੂ ਹੈ ਉਹਦਾ। ਰਾਮਾਨੰਦ ਦਾ ਇੱਕ ਸ਼ਬਦ, ਕਬੀਰ ਦਾ ਪੂਰਾ ਬ੍ਰਹਮ ਗਿਆਨ। ਕਬੀਰ ਦੀ ਬਾਣੀ 'ਚ ਪੂਰਾ ਬ੍ਰਹਮ ਗਿਆਨ ਹੈ। ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹ ਲਓ, ਬ੍ਰਹਮ ਗਿਆਨ ਤੁਹਾਡੇ ਪੱਲੇ ਨਹੀਂ ਪੈ ਸਕਦਾ। ਜਿਹੜੇ ਭਗਤ ਦੀ ਮਰਜ਼ੀ ਬਾਣੀ ਪੜ੍ਹ ਲਓ, ਬ੍ਰਹਮ ਗਿਆਨ ਨਹੀਂ ਪੱਲੇ ਪੈ ਸਕਦਾ। ਕੱਲੀ ਕਬੀਰ ਦੀ ਬਾਣੀ 'ਚ ਬ੍ਰਹਮ ਗਿਆਨ ਹੈ। ਇੱਕ ਫਰੀਦ ਦੀ ਗੱਲ ਵੀ ਮੈਂ ਵਿੱਚੇ ਕਰ ਲਾਂ, ਜਿਹੜਾ ਕਹਿੰਦੇ ਨੇ ਫਰੀਦ ਪਹਿਲਾਂ ਹੋਇਆ। ਫਰੀਦ ਦੀ ਬਾਣੀ 'ਚੋਂ ਬ੍ਰਹਮ ਗਿਆਨ ਲੱਭ ਕੇ ਦਿਖਾਓ ਕਿੱਥੇ। ਫਰੀਦ ਨੂੰ ਗਿਆਨ ਕਿੱਥੋਂ ਹੋਇਆ? ਉਹ ਤਾਂ ਮੁਸਲਮਾਨਾਂ ਦੇ ਵਿੱਚੋਂ ਆਇਆ ਹੋਇਆ। ਮੁਸਲਮਾਨਾਂ ਦਾ ਗਿਆਨ ਹੀ ਨਹੀਂ ਹੈ। ਇਹ ਫਰੀਦ, ਉਹ ਫਰੀਦ ਹੋਰ ਹੈ, ਇਹ ਫਰੀਦ ਹੋਰ ਹੈ। ਫਰੀਦ ਇੱਕ ਗੱਦੀ ਦਾ ਨਾਮ ਹੈ, ਜਿਵੇਂ ਨਾਨਕ ਗੱਦੀ ਦਾ ਨਾਮ ਹੈ। ਉਹ ਫਰੀਦ ਹੈ। ਗੁਰੂ ਨਾਨਕ ਜਦ ਗਏ ਨੇ ਪੱਛਮ ਦੇ ਵਿੱਚ, ਉਦੋਂ ਕਿਤੇ ਫਰੀਦ ਮਿਲਿਆ ਹੋਊ ਗੁਰੂ ਨਾਨਕ ਨੂੰ। ਉਦੋਂ ਉਹਨਾਂ ਨੇ ਜਿਹੜੀ ਗੱਲਬਾਤ ਉੱਥੇ ਕੀਤੀ ਹੈ, ਉਹਦੇ ਬਾਅਦ ਉਹਨੂੰ ਸਮਝ ਆਈ ਹੈ। ਜਦੋਂ ਖੋਜਦਾ ਰਿਹਾ, ਬੰਦੇ ਖੋਜ ਦਿਲ ਹਰ ਰੋਜ਼, ਆਪਣਾ ਦਿਲ ਖੋਜਦਾ ਰਿਹਾ, ਤਾਂ ਉਹਨੂੰ ਸਮਝ ਆਈ ਹੈ। ਫਿਰ ਉਹ ਪੰਜਾਬ 'ਚ ਆਇਆ। ਗੁਰੂ ਅਮਰਦਾਸ ਦੇ ਵੇਲੇ ਆਇਆ, ਉਹਨੂੰ ਮਿਲਿਆ। ਫਰੀਦਕੋਟ ਤੋਂ ਗਾਹਾਂ ਉਹ ਗਿਆ ਹੀ ਨਹੀਂ। ਜਿਹੜਾ ਫਰੀਦ ਉਹ ਪਹਿਲਾਂ, ਉਹਦੀ ਕਬਰ ਇੱਥੇ ਹੈ ਸਾਡੇ ਕੋਲੇ, ਮੁਰਾਦਾਬਾਦ ਦੇ ਉਹਦੇ ਵਿਚਾਲੇ ਗੜ੍ਹ ਦੇ। ਉਹ ਹੋਰ ਫਰੀਦ ਹੈ, ਉਹ ਹੋਰ ਫਰੀਦ ਹੈ। ਵਿਦਵਾਨਾਂ ਨੂੰ ਇਹੀ ਨਹੀਂ ਪਤਾ। ਉਹ ਭਾਈ ਬਾਣੀ ਸਭ, ਫਰੀਦ ਨੂੰ ਗਿਆਨ ਕਿਵੇਂ ਹੋਇਆ? ਜੇ ਤੁਸੀਂ ਕਹਿੰਦੇ ਹੋ ਫਰੀਦ ਨੂੰ ਗਿਆਨ ਕਿਵੇਂ ਹੋਇਆ, ਕਬੀਰ ਨੂੰ ਗਿਆਨ ਕਿਵੇਂ ਹੋਇਆ, ਉਹਦਾ ਦੱਸਿਆ ਹੋਇਆ ਗੁਰਬਾਣੀ 'ਚ। ਅਸਲ ਦੇ ਵਿੱਚ ਕੀ ਹੈ? ਵਿਦਵਾਨ ਕਿਤਾਬਾਂ ਲਿਖੀਆਂ ਹੋਈਆਂ ਜਿਹੜੀਆਂ ਵਿਦਵਾਨਾਂ ਦੀਆਂ, ਉਹ ਪੜ੍ਹਦੇ ਨੇ, ਡਾਇਰੈਕਟ ਗੁਰਬਾਣੀ ਦੀ ਖੋਜ ਨਹੀਂ ਕਰਦੇ। ਯੂਨੀਵਰਸਿਟੀ ਵਾਲੇ ਬਿਲਕੁਲ ਨਹੀਂ ਖੋਜ ਕਰਦੇ, ਮੈਂ ਸਭ ਨੂੰ ਜਾਣਦਾ। ਕਿਤਾਬਾਂ ਪੜ੍ਹਦੇ ਨੇ। ਡਾਇਰੈਕਟ ਗੁਰਬਾਣੀ ਦੀ ਖੋਜ ਜਦ ਤੁਸੀਂ ਪੜ੍ਹੋਗੇ, ਬਹੁਤ ਕੁਝ ਤੁਹਾਨੂੰ ਆਪੇ ਸਮਝ ਆ ਜਾਊਗਾ। ਮੈਂ ਡਾਇਰੈਕਟ ਗੁਰਬਾਣੀ ਦੀ ਖੋਜ ਕੀਤੀ ਹੈ, ਕਿਤਾਬਾਂ ਠੀਕ ਹੈ ਸਾਰੇ ਇੱਕ ਪਾਸੇ ਰੱਖੇ, ਤਾਂ ਸਮਝ ਆਉਣ ਲੱਗੀ ਵੀ ਗੱਲ ਹੈ ਹੀ ਹੋਰ ਹੈ। ਤਾਂ ਭਾਸ਼ਾ ਵੀ ਹੋਰ ਹੈ। ਹੁਣ ਆਪਾਂ ਗੱਲ ਕਰੀਏ ਭਗਤ ਕਾਲ ਦੀ। ਭਗਤੀ ਸ਼ੁਰੂ ਹੁੰਦੀ ਹੈ ਧਰੂ ਪ੍ਰਹਲਾਦ ਤੋਂ। ਉਹ ਕਹਿੰਦਾ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਧਰੂ ਪ੍ਰਹਲਾਦ ਨੇ ਜਿਵੇਂ ਜਪਿਓ ਮੈਂ ਜਪਣਾ। ਇਹਦਾ ਮਤਲਬ ਧਰੂ ਪ੍ਰਹਲਾਦ ਦਾ ਜਪਣਾ, ਭਗਤਾਂ ਦਾ ਜਪਣਾ ਕੁਛ ਹੋਰ ਡਿਫਰੈਂਟ ਤਰੀਕੇ ਨਾਲ ਹੈ। ਜਿਹੜੇ ਤਰੀਕੇ ਨਾਲ ਦੁਨੀਆ ਜਪਦੀ ਹੈ, ਉਹ ਤਰੀਕਾ ਭਗਤਾਂ ਦਾ ਨਹੀਂ, ਉਹਨਾਂ ਦਾ ਵੱਖਰਾ। ਸੰਤਾਂ ਦਾ ਵੱਖਰਾ ਜਪਣ ਦਾ ਤਰੀਕਾ। ਮਾਲਾ ਜਪਦਾ ਸੀ ਕਬੀਰ, ਜਦ ਛੱਡੀ ਹੈ ਮਾਲਾ, ਉਹ ਕਹਿੰਦਾ ਹਿਰਦੇ ਰਾਮ ਨੇ ਚੇਤੇ ਹੋਇਆ ਜਪਣੀ ਕਿਆ ਹੋ। ਕਬੀਰ ਮਾਲਾ ਕਾਠ ਕੀ ਨਾ, ਉਹ ਵੈਸ਼ਨੂੰ ਨੂੰ ਗੱਲ ਕਰਦਾ ਹੈ। ਵੈਸ਼ਨੂੰ ਪਿਆ ਤੋਂ ਕਿਆ ਪਿਆ, ਮਾਲਾ ਮੇਲੀ 4 27 ਮਣਕਿਆਂ ਦੀ ਮਾਲਾ ਹੁੰਦੀ ਸੀ। ਵੈਸ਼ਨੂੰ ਭਗਤਾਂ ਨੇ 27 ਚੌਕਾ 108 ਮਣਕਿਆਂ ਦੀ ਮਾਲਾ ਬਣਾ ਲਈ, 4 ਮਾਲਾ ਇਕੱਠੀਆਂ ਕਰ ਲਈਆਂ ਤਾਂ ਕਿ ਇੱਕ ਗੇੜੇ 'ਚ 4 ਵਾਰ ਮਾਲਾ ਆ ਜੇ। ਬਾਰ ਬਾਰ ਜ਼ਿਆਦਾ ਗੇੜੇ ਆਉਂਦੇ ਸੀ। ਵੈਸ਼ਨੂੰ ਪਿਆ ਤੋਂ ਕਿਆ ਪਿਆ, ਮਾਲਾ ਮੇਲੀ 4 ਹਿਰਦੇ ਰਾਮ ਨੇ ਚੇਤ। ਮਾਲਾ ਮੇਲੀ 4 ਵੈਸ਼ਨੂੰ ਹੋ ਗਏ ਤਾਂ 4 ਮਾਲਾ ਬਣਾਉਣੀਆਂ, ਫਿਰ ਕੀ ਹੋ ਗਿਆ? ਬਾਹਰ ਕੰਚਨ ਬਾਹਰ ਭੀਤਰ ਪਈ ਭੰਗਾਰ। ਬਾਹਰ ਤਾਂ ਬੜੇ ਚਿੱਟੇ ਕੱਪੜੇ ਨੇ ਤੇਰੇ, ਅੰਦਰ ਤੇਰੇ ਜਿਹੜਾ ਗਿਆਨ ਹੈ ਉਹ ਕੂ ਗਿਆਨ ਹੈ, ਉਹ ਗਿਆਨ ਹੈ ਨਹੀਂ ਤੇਰੇ, ਗਿਆਨ ਸੜਿਆ ਹੋਇਆ ਹੈ। ਐਸਾ ਕੁਛ ਮਾਲਾ ਤੇ ਖਿਲਾਫ ਬੋਲਦਾ ਕਬੀਰ।
ਜਪਕੀ ਮਾਲਾ ਲਈ ਨਪੁੱਤੇ ਤਬ ਤੇ ਸੁਖ ਨ ਭਿਓ। ਬਹੁਤ ਕੁਛ ਮਾਲਾ ਦੇ ਖਿਲਾਫ ਬੋਲਦਾ। ਫਿਰ ਕਹਿੰਦਾ ਮਾਲਾ ਵਾਲੀ ਭਗਤੀ ਗੁਰੂ ਕਿਆ ਨੇ ਕਿਹਾ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਪਹਿਲੀ ਗੱਲ ਤਾਂ ਧਰੂ ਪ੍ਰਹਲਾਦ ਵੇਲੇ ਵੀ ਰਾਮ ਸੀਗਾ। ਰਾਮ ਉਹ ਵੀ ਰਾਮ ਜਪਿਆ, ਸਤਿਯੁਗ ਚੋਂ ਹੀ ਰਾਮ ਹੈ। ਆਹ ਰਾਮਚੰਦਰ ਜਿਹੜਾ ਹੈ ਇਹ ਤਾਂ ਹੁਣ ਜਿਵੇਂ ਲੋਕਾਂ ਦੇ ਨਾਂ ਰਾਮ ਨੇ, ਇਹੋ ਜਿਹਾ ਹੀ ਰਾਮ ਸੀ। ਰਾਮ ਤਾਂ ਸ਼ੁਰੂ ਤੇ ਆਇਆ, ਧਰੂ ਪ੍ਰਹਲਾਦ ਤੋਂ ਆਇਆ ਹੈ ਰਾਮ। ਉਹ ਰਾਮ ਕਿਹੜਾ ਸੀ? ਉਹ ਸਭੇ ਘੱਟ ਰਾਮ ਬੋਲੇ, ਜਿਹੜਾ ਸਾਰਿਆਂ ਦੇ ਅੰਦਰ ਰਾਮ ਬੋਲਦਾ ਉਹ ਸੀ ਉਹ। ਕਬੀਰ ਕਹਿੰਦਾ ਸਭੇ ਘੱਟ ਰਾਮ ਬੋਲਾ, ਰਾਮਾ ਬੋਲਾ, ਰਾਮ ਬਿਨਾ ਕੋ ਬੋਲੇ ਰੇ। ਪੰਡਤਾ ਦੱਸ ਤੂੰ ਜੇ ਰਾਮ ਨਹੀਂ ਬੋਲਦਾ ਤੇਰੇ ਅੰਦਰ ਬੋਲਦਾ ਕੌਣ ਹੈ? ਰਾਮ ਬਿਨਾ ਕੋ ਬੋਲੇ ਰੇ, ਕੌਣ ਬੋਲਦਾ? ਫਿਰ ਰਾਮ ਬਾਰੇ ਕਬੀਰ ਕਹਿੰਦਾ ਕਹੋ ਕਬੀਰ ਤੂੰ ਰਾਮ ਕੀ ਅੰਸ਼, ਤੂੰ ਰਾਮ ਦੀ ਅੰਸ਼ ਹੈ, ਅੰਸ਼ਾ ਅਵਤਾਰ ਹੈ। ਰਾਮ ਪੂਰਾ ਰਾਮ ਨਹੀਂ ਹੈ, ਆਂਸ਼ਕ ਰੂਪ ਦੇ ਵਿੱਚ ਰਾਮ ਹੈ। ਆਂਸ਼ਕ ਰੂਪ ਚ ਤੇਰੀ ਬੁੱਧ, ਥੋੜੀ ਬੁੱਧ ਹੈ ਤੇਰੀ, ਪੂਰੀ ਬੁੱਧ ਹੋਣੀ ਹੈ ਰਾਮ ਵਾਲੀ। ਰਾਮ ਵਿਵੇਕ ਹੈ, ਵਿਵੇਕ ਪੂਰਾ ਨਹੀਂ ਹੈ ਸਾਡੇ, ਥੋੜਾ ਹੈ ਵਿਵੇਕ ਸਭ ਦੇ ਵਿੱਚ ਥੋੜਾ ਹੈ। ਜਦ ਗਿਆਨ ਕੀ ਹੈ? ਥੋੜਾ ਹੈ। ਜਦ ਪੂਰਾ ਹੋਇਆ ਫਿਰ ਕੀ ਕਹਿੰਦਾ ਕਬੀਰ? ਕਹੇ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਵਿਵੇਕੋ। ਮੈਂ ਉਹ ਗਿਆਨ ਪਾ ਲਿਆ ਜਿਹਨੂੰ ਵਿਵੇਕ ਕਹਿੰਦੇ ਨੇ। ਉਹ ਵਿਵੇਕ ਮੈਂ ਪਾ ਲਿਆ, ਤੇ ਪਾਇਆ ਤਾਂ ਕਬੀਰ ਨੇ। ਤੇ ਵਿਵੇਕ ਤੇ ਬਿਨਾ ਬਾਣੀ ਨਹੀਂ ਬੁੱਝ ਹੁੰਦੀ, ਬਾਣੀ ਨਹੀਂ ਪੜ੍ਹ ਹੁੰਦੀ। ਇਹਦੀ ਸਮਝ ਨਹੀਂ ਆਉਂਦੀ ਵਿਵੇਕ ਤੇ ਬਿਨਾ। ਵਿਵੇਕ ਨਾਂ ਦੀ ਚੀਜ਼ ਯੂਨੀਵਰਸਿਟੀਆਂ 'ਚ ਹੈ ਉਹ ਨਹੀਂ। ਇਹ ਦਿਖਾਓ ਕਿੱਥੇ? ਇਹਨਾਂ ਨੂੰ ਤਾਂ ਇੰਨੀ ਉਹ ਸਮਝ ਨਹੀਂ ਆਈ ਹੈ। ਜੋ ਇਹ ਤਾਂ ਮੀਰਾ ਨੂੰ ਭਗਤ ਕਹੀ ਜਾਂਦੇ ਨੇ, ਸੂਰਦਾਸ ਨੂੰ ਭਗਤ ਕਹੀ ਜਾ। ਸੂਰਦਾਸ ਦਾ ਹਾਲਾਂਕਿ ਇੱਕ ਸ਼ਬਦ ਹੈ ਗੁਰਬਾਣੀ 'ਚ, ਉਹ ਵੀ ਐਵੇਂ ਇੱਕ ਸ਼ਬਦ ਹੀ ਹੈ, ਇੱਕ ਪੰਕਤੀ ਹੋਈ ਹੈ। ਛਾੜ ਮਨ ਹਰ ਬੇਮੁਖਨ ਕੋ ਸੰਗ, ਇੱਕ ਪੂਰਾ ਸ਼ਬਦ ਹੈ। ਪਰ ਜਦ ਇਹ ਸੂਰਦਾਸ ਦੀ ਬਾਣੀ ਪੜ੍ਹਦੇ ਨੇ, ਉਹ ਜਿਹੜੀ ਰੱਦੀ ਜਿਹੜੀ ਕੱਚੀ ਬਾਣੀ ਉਹ ਪੜ੍ਹੀ ਜਾਂਦੇ ਨੇ। ਮੀਰਾ ਬਿਲਕੁਲ ਇਹ ਨੇੜੇ ਤੇੜੇ ਵੀ ਨਹੀਂ ਹੈ। ਹੋਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਭਗਤ ਲੱਗਦੇ ਨੇ। ਅਸੀਂ ਅਸਲ ਦੇ ਵਿੱਚ ਜਿਹੜੇ ਪਖੰਡਵਾਦ ਦੀ ਖੰਡਨ ਕਰਦੇ ਨੇ, ਪਖੰਡਵਾਦ ਨੂੰ, ਜਾਤ ਪਾਤ ਨੂੰ, ਉਹਨਾਂ ਨੂੰ ਭਗਤ ਮੰਨ ਲਿਆ। ਉਹ ਭਗਤੀ ਤੇ ਬਹੁਤ ਥੱਲੇ ਦੀ ਗੱਲ ਹੈ। ਇਹੋ ਜਿਹੇ ਵਿਦਵਾਨ ਵੀ ਬਥੇਰੇ ਨੇ, ਇਹੋ ਜਿਹੇ ਹੋਰ ਵੀ ਬਹੁਤ ਨੇ ਸਾਡੇ ਕੋਲ, ਬਹੁਤ ਨੇ ਕਿਤਾਬਾਂ ਦੇ ਵਿੱਚ ਉਹ ਖੰਡਨ ਕਰਨ ਵਾਲੇ। ਗਿਰਧਰ ਕਬੀਰ ਰਾਏ ਵੀ ਹੈਗਾ, ਉਹ ਵੀ ਭਗਤ ਮੰਨ ਲੈਣਗੇ। ਉਹ ਭਗਤੀ ਦੇ ਨੇੜੇ ਤੇੜੇ ਵੀ ਨਹੀਂ ਹੈ। ਹਾਂ, ਪਖੰਡਵਾਦ ਨੂੰ ਖੰਡਨ ਕਰਨ ਵਾਲੇ ਹੈ ਉਹ ਸਾਰੇ ਹਿੰਦੀ 'ਚ ਮੈਂ ਵੀ ਪੜ੍ਹੇ ਨੇ। ਉਹ ਸਟੈਂਡਰਡ ਬਹੁਤ ਲੋ ਹੈ ਉਹਨਾਂ ਦਾ। ਇਹ ਜਿਹੜੀ ਹੈ ਵਿਵੇਕ ਦੀ ਗੱਲ, ਇਹ ਤਾਂ ਉੱਪਰ ਤਾਂ ਕੋਈ ਗਿਆਨ ਹੈ ਹੀ ਨਹੀਂ। ਉਹ ਲੈਵਲ ਯੂਨੀਵਰਸਿਟੀ ਵਾਲਿਆਂ ਦਾ ਬਿਲਕੁਲ ਨਹੀਂ ਹੈ। ਇਹ ਕੀ ਕਰਦੇ ਨੇ? ਜਿਹੜੇ ਵਿਵੇਕਹੀਨ ਆਦਮੀ ਨੇ, ਉਹਨਾਂ ਨੇ ਜੋ ਕੁਛ ਸਟੱਡੀ ਕੀਤੀ ਹੈ, ਉਹਨਾਂ ਦਾ ਤਜਰਬਾ, ਉਹਨੂੰ ਪੜ੍ਹੀ ਜਾਂਦੇ ਨੇ। 4 ਕਿਤਾਬਾਂ ਗਲਤ ਲਈਆਂ, 5ਵੀਂ ਗਲਤ ਹੋਰ ਲਿਖ ਮਾਰੀ। ਇਹ ਯੂਨੀਵਰਸਿਟੀਆਂ 'ਚ ਮੈਂ ਦੇਖ ਕੇ, ਯੂਨੀਵਰਸਿਟੀ ਨੂੰ ਛੱਡ ਕੇ ਮੈਂ ਅਲੱਗ ਲਾਈਨ ਆਪਣੀ ਲੈ ਲਈ। ਆਪਣੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਸਲ ਦੇ ਵਿੱਚ ਜੇ ਉਹ ਸਮਝਦੇ ਨੇ ਤਾਂ ਉਹਨਾਂ ਦੀ ਦੁਕਾਨਦਾਰੀ ਜਾਂਦੀ ਹੈ। ਜੇ ਮੰਨਦੇ ਨੇ ਤਾਂ ਯੂਨੀਵਰਸਿਟੀਆਂ 'ਚ ਉਹਨਾਂ ਦਾ ਬਾਹਰ ਜਿਹੜੇ ਉਹਨਾਂ ਨੂੰ ਬੁਲਾਉਂਦੇ, ਤੇ ਕੌਣ ਬੁਲਾਉਂਦਾ, ਨੌਕਰੀਆਂ ਜਾਂਦੀਆਂ। ਉਹ ਪੈਸੇ ਵਾਸਤੇ ਕੰਮ ਕਰ ਰਹੇ ਨੇ ਯੂਨੀਵਰਸਿਟੀਆਂ ਵਾਲੇ। ਇਹ ਪੈਸੇ ਵਾਲੀ ਖੇਡ ਨਹੀਂ ਹੈ, ਇਹ ਖੇਡ ਹੋਰ ਹੈ। ਇਹ ਨਾਮਤਾਨ ਵਾਲੀ ਖੇਡ ਹੋਰ ਚੀਜ਼ ਹੈ, ਉਹਨਾਂ ਦੀ ਖੇਡ ਹੋਰ ਚੀਜ਼ ਹੈ। ਹੁਣ ਜਿਹੜੇ ਤੁਸੀਂ ਭਗਤਾਂ ਨੂੰ ਅੱਜ ਗੁਰੂਆਂ ਨੂੰ ਅੱਡੋ ਅੱਡ ਮੰਨਦੇ ਨੇ, ਉਹ ਕੌਣ ਨੇ? ਆਹੀ ਹੈ ਜਿੱਥੇ ਤਲਵਾਰਾਂ ਚੱਲਦੀਆਂ ਗੁਰੂ, ਉੱਥੇ ਅੰਮ੍ਰਿਤਸਰ ਉਹੀ ਨੇ। ਕਾਹਦੇ ਵਾਸਤੇ ਲੜਦੇ ਨੇ? ਤੇ ਉਹ ਤਾਂ ਕਹਿ ਰਹੇ ਨੇ ਰਵਿਦਾਸ ਬਾਰੇ, ਰਵਿਦਾਸ ਢੋਂਤਾ ਢੋਰ ਨੀਤ ਤਿਨ ਤਿਆਗੀ ਮਾਇਆ।
ਗੁਰਬਾਣੀ ਮਾਇਆ ਦਾ ਤਿਆਗ ਕਰਦੀ ਹੈ। ਰਵਿਦਾਸ ਢੋਂਤਾ ਢੋਰ ਨੀਤ ਨਿਤ ਢੋਰ ਚੱਕਦਾ ਡੰਗਰ ਮਰੇ ਹੋਏ ਚੱਕਦਾ ਢੋਂਦਾ ਰਿਹਾ। ਕੋਈ ਇਹ ਕਹਿੰਦੇ ਪਿੱਟਿਆ ਜਾਂਦਾ ਡੰਗਰ ਚੱਕ ਕੇ, ਨੀਚ ਹੁੰਦਾ। ਉਹ ਭਗਤ ਹੈ ਡੰਗਰ ਚੱਕਦਾ, ਉਹਨੂੰ ਤਾਂ ਕੁਛ ਹੋ ਨਹੀਂ ਰਿਹਾ। ਇਹ ਨਹੀਂ ਕਹਿ ਸਕਦੇ ਤੁਸੀਂ ਡੰਗਰਾਂ ਦੀ ਖੱਲ ਨਹੀਂ ਸੀ ਲਾਉਂਦਾ ਉਹ, ਇਹ ਨਹੀਂ ਕਹਿ ਸਕਦੇ ਚਮੜਾ ਨਹੀਂ ਸੀ ਰੰਗਦਾ ਉਹ, ਇਹ ਨਹੀਂ ਕਹਿ ਸਕਦੇ ਜੁੱਤੀਆਂ ਨਹੀਂ ਸੀ ਬਣਾਉਂਦਾ ਉਹ ਸਾਰੇ ਕੰਮ ਕਰਕੇ ਭਗਤੀ ਕਰਕੇ ਦਿਖਾਈ। ਸਿਮਰਤ ਸ਼ਾਸਤਰਾਂ ਨੂੰ ਝੂਠਾ ਕਰਤਾ ਪਰਮੇਸ਼ਰ ਨੇ। ਜਿਹੜਾ ਇਹਨਾਂ ਨੇ ਕਿਹਾ ਸੀ ਵੀ ਇਹ ਨੀਚ ਨੇ, ਇਹ ਭਗਤੀ ਇਹਨਾਂ ਦੀ ਪ੍ਰਫੁੱਲਤ ਹੋ ਹੀ ਨਹੀਂ ਸਕਦੀ, ਉਹਦੇ ਖਿਲਾਫ ਰਵਿਦਾਸ ਤਾਂ ਪੈਦਾ ਪਰਮੇਸ਼ਰ ਨੇ ਕੀਤਾ, ਪ੍ਰੈਕਟੀਕਲ ਕਰਕੇ ਦਿਖਾਇਆ ਪਰਮੇਸ਼ਰ ਨੇ ਕਿ ਤੁਸੀਂ ਝੂਠ ਬੋਲਦੇ ਹੋ। ਆਹ ਦੇਖੋ ਇਹ ਭਗਤ ਸਭ ਕੁਝ ਕਰ ਰਿਹਾ ਹੈ। ਪੰਜਵੇਂ ਪਾਤਸ਼ਾਹ ਨੇ ਮੋਹਰ ਲਾਈ, ਰਵਿਦਾਸ ਢੋਂਤਾ ਢੋਰ ਨੀਤ ਤਿਨ ਤਿਆਗੀ ਮਾਇਆ, ਹਿਰਦੇ ਬਸਿਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ। ਹਿਰਦੇ ਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋ ਗਿਆ, ਆਤਮ ਦਰਸ਼ਨ ਕਰ ਲਿਆ ਉਹਨੇ। ਤੇ ਡੰਗਰ ਵੀ ਚੱਕਦਾ ਰਿਹਾ, ਕਿੱਤਾ ਵੀ ਆਪਣਾ ਉਹੀ ਕਰਦਾ ਰਿਹਾ। ਉਧਰ ਸਦਨ ਕਸਾਈ ਹੈ, ਇੱਕ ਬੱਕਰੇ ਵੜਦਾ, ਇਹ ਕਹਿੰਦੇ ਛੁਰੀ ਗਿਰ ਗਈ, ਉਹ ਗਿਰ ਗਿਆ, ਫਲਾਨਾ ਗਿਰ, ਸਭ ਝੂਠ ਉਹਨੇ ਗੁਰਬਾਣੀ 'ਚ ਲਿਖਿਆ। ਕਹਾ ਗੁਣ ਤੇਰੇ ਸਤਿਗੁਰਾ ਜੇ ਕਰਮ ਨਾ ਨਾਸੈ। ਇਹ ਸਤਿਗੁਰਾ ਤੇਰੇ 'ਚ ਗੁਣ ਮੈਂ ਕਿਵੇਂ ਮੰਨਣਾ, ਤੇਰੇ 'ਚ ਕੋਈ ਗੁਣ ਹੈ ਜੇ ਤੂੰ ਮੇਰਾ ਕਰਮ ਨਹੀਂ ਨਾਸ਼ ਕਰ ਸਕਦਾ। ਕਰਮ ਨਹੀਂ ਛੱਡਿਆ, ਕਰਮ ਨਾਸ਼ ਕੀਤਾ। ਗਿਆਨ ਪਿਆ ਤਾਂ ਕਰਮ ਹੈ ਨਾਸ਼। ਜਦ ਗਿਆਨ ਹੋ ਜਾਂਦਾ ਕਰਮ ਦਾ ਨਾਸ਼ ਹੋ ਜਾਂਦਾ। ਜੰਮਣ ਵਰਨਾ ਹੁਕਮ ਹੈ, ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ। ਜਦ ਉਹ ਚਲਾਇਆ ਚੱਲਦਾ, ਜੋ ਉਹ ਕਰਾਉਂਦਾ ਉਹ ਕਰਦਾ, ਉਹਦਾ ਕਰਮ ਕਿੱਥੇ ਰਹਿ ਗਿਆ। ਇਹ ਵਿਦਵਾਨਾਂ ਦੇ ਲੈਵਲ ਦੀ ਗੱਲ ਨਹੀਂ ਹੈ, ਬੁੱਧੀਵਾਨਾਂ ਦੇ ਲੈਵਲ ਦੀ ਗੱਲ ਹੈ। ਗੁਰਬਾਣੀ ਬੁੱਧੀਵਾਨਾਂ ਦੇ ਲੈਵਲ ਦੀ ਗੱਲ ਹੈ। ਉਹ ਵਿਦਵਾਨ ਨੇ, ਜੋ ਵਿਦਵਾਨ ਉਹ ਭਾਸ਼ਾ ਹੀ ਨਹੀਂ ਜਾਣਦੇ ਬੁੱਧੀਵਾਨਾਂ ਵਾਲੀ। ਬੁੱਧੀਵਾਨਾਂ ਵਾਲੀ ਭਾਸ਼ਾ ਹੈ ਜਾਂ ਬੁੱਧੀ ਪੈਦਾ ਹੁੰਦੀ ਹੈ, ਜਿਹੜੀ ਵਿਦਿਆ ਪੜ੍ਹਦੇ ਹਾਂ ਸੰਸਾਰੀ ਬੋਲੀ ਹੈ, ਇਹ ਵਿਦਿਆ ਬਣ ਜਾਂਦੀ ਹੈ। ਇਹ ਵਿਦਿਆ ਜਿਹਨੂੰ ਅਸੀਂ ਵਿਦਿਆ ਮੰਨਦੇ ਆ, ਵਿਦਿਆ ਇਹ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਇਹ ਜਿਹੜੀ ਵਿਦਿਆ ਤੁਹਾਡੇ ਯੂਨੀਵਰਸਿਟੀਆਂ ਵਾਲੀ ਹੈ, ਵਿਵੇਕ ਦੀਨ ਇਸੇ ਦਾ ਮਲੀਨ ਕੀਤਾ ਹੋਇਆ ਹੈ। ਜਦੋਂ ਇਹ ਵਿਦਿਆ ਭੁੱਲ ਜਾਂਦੀ ਹੈ, ਇਹ ਸ਼ੋਧ ਲਈਦੀ ਹੈ, ਸ਼ੁੱਧ ਕਰ ਲਈਦੀ ਹੈ, ਫਿਰ ਵਿਵੇਕ ਦੀ ਜਿਹੜੀ ਮਲੀਨਤਾ ਹੈ ਉਹ ਉਤਰਦੀ ਹੈ, ਫਿਰ ਮਨ ਦੀ ਮੈਲ ਉਤਰਦੀ ਹੈ। ਮਲੀਨਤਾ ਕਿਵੇਂ ਹੁੰਦੀ ਹੈ? ਅਸੀਂ ਜਿਉਂਦੇ ਹਾਂ ਸਰੀਰ ਦੇ ਤਲ 'ਤੇ, ਸੰਸਾਰੀ ਲੋਕ ਸਰੀਰ ਦੇ ਤਲ 'ਤੇ ਸਾਡੇ ਮਾਂ ਪਿਓ ਨੇ, ਸਰੀਰ ਦੇ ਤਲ 'ਤੇ ਭੈਣ ਭਾਈ ਨੇ, ਖੂਨ ਦੇ ਰਿਸ਼ਤੇ 'ਤੇ, ਜਿਹਨੂੰ ਅਸੀਂ ਖੂਨ ਦਾ ਰਿਸ਼ਤਾ ਕਹਿੰਦੇ ਹਾਂ। ਖੂਨ ਦੇ ਰਿਸ਼ਤੇ 'ਤੇ ਸਾਡੀ ਭਾਸ਼ਾ ਹੈ। ਗੁਰਬਾਣੀ ਦੀ ਭਾਸ਼ਾ ਇਸ ਰਿਸ਼ਤੇ 'ਤੇ ਨਹੀਂ ਹੈ, ਭਗਤਾਂ ਦੀ ਭਾਸ਼ਾ ਇਸ ਰਿਸ਼ਤੇ 'ਤੇ ਨਹੀਂ ਹੈ, ਵੇਦ ਦੀ ਭਾਸ਼ਾ ਇਸ ਰਿਸ਼ਤੇ 'ਤੇ ਨਹੀਂ ਹੈ। ਵੇਦ ਦੀ ਭਾਸ਼ਾ ਆਤਮਾ ਦੇ ਰਿਸ਼ਤੇ 'ਤੇ ਹੈ। ਆਤਮਾ ਜੰਮਦੀ ਨਹੀਂ, ਮਰਦੀ ਨਹੀਂ, ਤੇ ਜਿਹੜੇ ਜੰਮਦਾ ਨਹੀਂ ਮਰਦਾ ਨਹੀਂ, ਉਹਦਾ ਮਾਂ ਪਿਓ ਕਿਵੇਂ ਹੋ ਗਿਆ ਬਈ? ਉਹਦਾ ਮਾਂ ਪਿਓ ਕਿਵੇਂ ਹੋ ਗਿਆ? ਇਹ ਸਵੈਪੰਗਾ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੋਇਆ ਹੈ। ਤਾਂ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ। ਆਪਣੇ ਅੰਦਰਲੇ ਨੂੰ ਕਹਿੰਦਾ ਹੈ, ਆਪਣੇ ਮੂਲ ਨੂੰ ਕਹਿੰਦਾ ਤੂੰ ਮੇਰਾ। ਧਿਆਨ ਪੈਦਾ ਹੁੰਦਾ, ਜਿਹਦਾ ਧਿਆਨ ਹੈ ਉਹ ਬਾਪ ਹੈ, ਜਿਹੜਾ ਧਿਆਨ ਹੈ ਉਹ ਪੁੱਤ ਹੈ, ਜਿਹੜਾ ਗਿਆਨ ਹੈ ਉਹ ਪੁੱਤ ਹੈ, ਜਿਹੜਾ ਗਿਆਨ ਪੈਦਾ ਕਰਦਾ, ਬੁੱਧੀ ਪੈਦਾ ਕਰਦੀ ਹੈ ਗਿਆਨ, ਉਹ ਮਾਂ ਹੈ। ਮਾਂ ਵੀ ਉਹੀ ਹੈ, ਬਾਪ ਵੀ ਉਹੀ ਹੈ। ਮਾਂ ਵੀ ਉਹੀ ਹੈ, ਬਾਪ ਵੀ ਉਹੀ ਹੈ। ਤੋਇਮ ਪਿਤਾ ਤੋਇਮ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮੇਰੀ ਮਾਤਾ ਨਹੀਂ, ਮੇਰਾ ਮਾਤਾ। ਭਾਸ਼ਾ ਬਦਲ ਗਈ, ਗ੍ਰਾਮਰ ਨਹੀਂ ਕਹਿੰਦੀ ਮਾਂ ਨੂੰ ਮੇਰਾ ਕਹੋ, ਤੇ ਗ੍ਰਾਮਰ ਨਹੀਂ ਲਾਗੂ ਗੁਰਬਾਣੀ ਤੇ। ਇੱਥੇ ਵੇਦ ਵਿਆਕਰਨ ਲਾਗੂ ਹੈ। ਵੇਦ ਵਿਆਕਰਨ ਹੈ ਹੀ ਨਹੀਂ ਯੂਨੀਵਰਸਿਟੀਆਂ, ਦੱਸੋ ਕਿੱਥੇ ਵੇਦ ਵਿਆਕਰਨ? ਗੁਰਬਾਣੀ ਵੇਦ ਵਿਆਕਰਨ ਦੀ ਗੱਲ ਆਈ ਹੋਈ ਹੈ। ਗੁਣ ਗਾਇਓ ਮੁਨੀ ਬਿਆਸ, ਭੱਟ ਕਹਿੰਦੇ ਨੇ ਗੁਣ ਗਾਇਓ ਮੁਨੀ ਬਿਆਸ, ਜਿਹਨ ਵੇਦ ਵਿਆਕਰਨ ਵਿਚਾਰੀ ਹੈ।
ਜਿਹਨੇ ਵੇਦ ਵਿਆਕਰਨ ਵਿਚਾਰੀ ਆ ਉਹ ਗੁਣ ਗਾ ਸਕਿਆ, ਵਰਨਾ ਕੋਈ ਗੁਣ ਗਾ ਹੀ ਨਹੀਂ ਸਕਿਆ। ਇਹਨਾਂ ਨੂੰ ਭਗਤਾਂ ਦੀ ਪਛਾਣ ਕਿੱਥੋਂ ਆ ਗਈ? ਇਹਨਾਂ ਨੂੰ ਵੇਦ ਵਿਆਕਰਨ ਦਾ ਹੀ ਨਹੀਂ ਪਤਾ। ਜਿਹਨੂੰ ਵੇਦ ਵਿਆਕਰਨ ਦਾ ਗਿਆਨ ਨਹੀਂ ਹੈ ਉਹ ਗੁਰਬਾਣੀ ਦੇ ਨੇੜੇ ਵੀ ਨਹੀਂ ਜਾ ਸਕਦਾ। ਗੁਰਬਾਣੀ ਦੀ ਏਰੀਆ 'ਚ ਉਹਦੀ ਐਂਟਰੀ ਇਹ ਬਾਜ਼ਾਰ ਇਹ ਹੋਰ ਹੈ, ਇਹ ਦੇਸ਼ ਹੋਰ ਦੀ ਗੱਲ ਹੈ। ਸਾਡੇ ਦੇਸ਼ ਦੀ ਬੋਲੀ ਹੋਰ ਹੈ, ਇਹ ਸੰਸਾਰ ਦੀ ਬੋਲੀ ਹੈ, ਉਹ ਨਿਰਾਕਾਰ ਦੇ ਦੇਸ਼ ਦੀ ਬੋਲੀ ਹੈ। ਗੁਰੂ ਨਾਨਕ ਕਹਿੰਦੇ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ। ਇਹਦਾ ਮਤਲਬ ਨਿਰਾਕਾਰ ਦਾ ਕੋਈ ਦੇਸ਼ ਹੈ। ਉਹ ਕਿਹੜਾ? ਉਹ ਸੱਚਖੰਡ ਹੈ। ਸੱਚਖੰਡ ਕੌਣ ਵੱਸਦਾ? ਸੱਚਖੰਡ ਵਸੈ ਨਿਰਾਕਾਰ। ਉੱਥੇ ਨਿਰੰਕਾਰ ਹੋ ਕੇ ਵੱਸਦਾ ਹੈ। ਆਕਾਰ ਛੱਡ ਕੇ ਸੰਸਾਰ ਛੱਡ ਕੇ ਸਰੀਰ ਛੱਡ ਕੇ ਜਿਹੜਾ ਅਵਸਥਾ ਹੈ ਉਹ ਨਿਰੰਕਾਰ ਦਾ ਦੇਸ਼ ਹੈ। ਉਹ ਅਵਸਥਾ ਦੀ ਗੱਲ ਹੈ, ਉਹ ਨਿਰਾਕਾਰੀ ਅਵਸਥਾ ਹੈ। ਨਿਰਾਕਾਰੀ ਅਵਸਥਾ ਦੀ ਬੋਲੀ ਹੋਰ ਹੈ। ਇਹ ਸੰਸਾਰੀ ਸਰੀਰ ਨਾਲ ਜੁੜ ਕੇ ਜਦ ਬੋਲਦਾ ਇਹਦੀ ਬੋਲੀ ਹੋਰ ਹੈ। ਅੱਡ ਅੱਡ ਦੋ ਭਾਸ਼ਾਵਾਂ ਨੇ। ਜਿਹੜੀ ਸਰੀਰ ਨਾਲ ਜੁੜ ਕੇ ਭਾਸ਼ਾ ਹੈ ਉਹ ਅਵਿਦਿਆ ਹੈ, ਜਿਹੜੀ ਸਰੀਰ ਨੂੰ ਛੱਡ ਕੇ ਭਾਸ਼ਾ ਹੈ ਉਹ ਬ੍ਰਹਮ ਵਿਦਿਆ ਹੈ। ਉਹਨੂੰ ਬ੍ਰਹਮ ਵਿਦਿਆ ਕਹਿੰਦੇ ਨੇ। ਬ੍ਰਹਮ ਵਿਦਿਆ ਹੁਣ ਹੈ ਹੀ ਨਹੀਂ ਕਿਤੇ। ਮੈਂ 50 ਸਾਲ ਦਾ ਇਹਨਾਂ ਨੂੰ ਸੰਤਾਂ ਨੂੰ ਪੁੱਛਦਾ ਰਿਹਾ ਜਿਹੜੇ ਵੀ ਮੈਨੂੰ ਮਿਲਦੇ ਸੀ ਵੀ ਮੈਂ ਬ੍ਰਹਮ ਵਿਦਿਆ ਬਾਰੇ ਕੋਈ ਜਾਣਨਾ ਚਾਹੁੰਦਾ, ਕੋਈ ਹੈ? ਕਹਿੰਦੇ ਕੋਈ ਦੁਨੀਆ 'ਤੇ ਬ੍ਰਹਮ ਵਿਦਿਆ ਜਾਣਨ ਵਾਲਾ ਨਹੀਂ ਹੈ। ਬ੍ਰਹਮ ਵਿਦਿਆ ਕਬੀਰ ਦੀ ਬਾਣੀ 'ਚੋਂ ਮਿਲ ਗਈ ਮੈਨੂੰ, ਫਿਰ ਗੁਰਬਾਣੀ 'ਚੋਂ ਹੀ ਮਿਲ ਗਈ ਬ੍ਰਹਮ ਵਿਦਿਆ ਕੀ ਹੁੰਦੀ ਹੈ। ਗੁਰਬਾਣੀ ਦੀ ਭਾਸ਼ਾ ਹੀ ਬ੍ਰਹਮ ਵਿਦਿਆ ਹੈ। ਵਿਦਿਆ ਸੋਧੇ ਤਤ ਲਹੇ, ਬਾਣੀ ਵੱਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਉਹ ਗੁਰਮੁਖ ਹੋਵੇ ਉਹ ਵਿਚਾਰੇ ਬਣ। ਵਿਦਵਾਨ ਕਿਵੇਂ ਵਿਚਾਰ ਲੂ? ਵਿਦਵਾਨ ਦੇ ਤਾਂ ਲੈਵਲ ਦੀ ਗੱਲ ਹੀ ਨਹੀਂ ਹੈ। ਵਿਦਵਾਨਾਂ ਨੇ ਤਾਂ ਰੋਜ਼ ਸਗੋਂ ਖਰਾਬ ਕੀਤੇ ਨੇ ਅਰਥ। ਵਿਦਵਾਨਾਂ ਨੇ ਟੀਕੇ ਲੈ ਕੇ ਸਭ ਸਤਿਆਨਾਸ਼ ਕਰਤਾ ਸਭ ਕਾਸੇ ਦਾ। ਬੁੱਧੀ ਉਹਨਾਂ ਕੋਲ ਹੈ ਨਹੀਂ ਸੀ। ਉਹ ਜੱਫਾ ਪਾ ਲਿਆ, ਸਭ ਕੋ ਵਿਗਾੜ ਕੇ ਰੱਖਤਾ। ਬਾਣੀ ਵੱਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ। ਦੇਖੋ ਇੱਕ ਹੈ ਮਹਾਂਪੁਰਖ, ਉਹਦੀ ਬਾਣੀ ਹੈ। ਭਗਤ ਸਾਡੇ ਕੋਲ 35 ਜਾਂ 36 ਕਹਿੰਦੇ ਨੇ, ਅਤੇ ਅਸੀਂ ਤਾਂ ਭਗਤਾਂ ਦੀ ਬਾਣੀ ਅੱਡ ਅੱਡ ਮੰਨਦੇ ਹਾਂ। ਗੁਰਬਾਣੀ ਮੰਨਦੀ ਨਹੀਂ ਹੈ। ਗੁਰਬਾਣੀ ਕਹਿੰਦੇ ਬਾਣੀ ਮਹਾਂਪੁਰਖ ਕੀ। ਇੱਕ ਮਹਾਂਪੁਰਖ ਦੀ ਬਾਣੀ ਹੈ ਸਾਰੀ। ਉਹ ਹੈ ਬੁਲਾ ਕਿਸੇ ਤੇ ਲਿਆ। ਬਾਣੀ ਤਾਂ ਉਸੇ ਦੀ ਹੈ। ਬਾਣੀ ਤਾਂ ਪਰਮੇਸ਼ਰ ਦੀ ਹੈ। ਬੁਲਾਇਆ ਉਹਨੇ ਹੈ, ਬੁਲਾ ਕਿਸੇ ਨੂੰ ਲਿਆ। ਬੋਲੇ ਅੱਡ ਅੱਡ ਆਦਮੀ ਜ਼ਰੂਰ ਨੇ, ਪਰ ਬਾਣੀ ਇੱਕ ਦੀ ਹੈ। ਜੋ ਉਹਨੇ ਬੁਲਾਇਆ ਉਹੀ ਬੋਲਿਆ, ਉਹੀ ਦੂਜੇ ਨੇ ਬੋਲਿਆ, ਉਹੀ ਤੀਜੇ ਨੇ ਸਾਰਿਆਂ ਨੇ ਉਹੀ ਗੱਲ ਇੱਕੋ ਹੀ ਬੋਲੀ ਹੈ। ਤਾਂ ਕਹਿੰਦਾ ਨਾਨਕ ਲੇਖੇ ਇੱਕ ਗੱਲ। ਜਦ ਗੱਲ ਇੱਕ ਹੋ ਜਾਂਦੀ ਹੈ ਫਿਰ ਲੇਖਾ ਚਾਹੁੰਦੀ ਹੈ। ਮੀਰਾ ਬਾਈ ਦੀ ਗੱਲ ਨਹੀਂ ਇਹਦੇ ਬਰਾਬਰ ਆਈ। ਜਿਹੜੇ ਤੁਸੀਂ ਕਹਿੰਦੇ ਨੇ ਇਹਦੇ ਨਾਲ ਸਟੈਂਡਰਡ ਦੀ ਗੱਲ ਸੀ ਜਿਹੜੀ ਗੁਰਬਾਣੀ ਮਿਲੀ, ਉਹ ਲੈ ਲਈ ਵਿੱਚ ਗੁਰਬਾਣੀ ਨੇ। ਜਿਹੜੀ ਇਹਦੇ ਨਾਲ ਮੇਲ ਖਾਣ ਵਾਲੀ ਸੀ ਜਿਹੜੇ ਭਗਤਾਂ ਦੀ ਬਾਣੀ, ਉਹ ਲੈ ਲਈ। ਤਾਂ ਹੀ ਜਿਹੜੇ ਬਾਕੀ ਨੇ ਇਹਦੇ ਵਿੱਚ ਨਹੀਂ ਆਏ ਉਹ ਭਗਤ ਨਹੀਂ ਹੈ। ਜੇ ਕੋਈ ਰਹਿ ਗਈ ਹੋਵੇ ਤਾਂ ਹੁਣ ਅਸੀਂ ਚੈੱਕ ਕਰ ਸਕਦੇ ਹਾਂ ਵੀ ਇਹ ਸਟੈਂਡਰਡ ਦੀ ਗੱਲ ਹੈ ਜਾਂ ਨਹੀਂ ਹੈ। ਉਹਨਾਂ ਨੇ ਵੀ ਤਾਂ ਚੈੱਕ ਕੀਤੀ ਹੈ, ਚੈੱਕ ਹੁਣ ਵੀ ਹੋ ਸਕਦੀ ਹੈ। ਜਿਹਨੂੰ ਸਮਝ ਹੈ ਚੈੱਕ ਕਰ ਲੈਂਦਾ ਵੀ ਉਹ ਸਟੈਂਡਰਡ ਦੀ ਗੱਲ ਹੈ ਜਾਂ ਨਹੀਂ ਹੈ। ਉਹਨੂੰ ਭਾਸ਼ਾ ਆਉਣੀ ਚਾਹੀਦੀ ਹੈ, ਵੇਦ ਵਿਆਕਰਨ ਆਉਣੀ ਚਾਹੀਦੀ ਹੈ। ਦੋ ਗੱਲਾਂ ਦੀ ਗੱਲ ਹੈ। ਜਿਹਨੂੰ ਇਕੱਲੀ ਵੇਦ ਵਿਆਕਰਨ ਦੀ ਸਮਝ ਹੈ ਉਹ ਚੈੱਕ ਕਰ ਲੈਂਦਾ ਹੁੰਦਾ ਵੀ ਇਹ ਸਟੈਂਡਰਡ ਦਾ ਕੀ ਹੈ ਬਾਣੀ ਦਾ। ਸੋ ਕਹਿਣ ਦਾ ਮਤਲਬ ਇਹ ਹੈ ਜਿਹੜਾ ਭਗਤ ਕਾਲ ਹੈ ਇਹ ਅੱਜ ਤੋਂ ਸ਼ੁਰੂ ਨਹੀਂ ਹੋਇਆ। ਭਗਤੀ ਹਿੱਸੇ ਹੀ ਉਹਨਾਂ ਦੇ ਆਈ ਹੈ। ਔਰ ਦੂਈ ਗੱਲ ਗੁਰੂ ਦੀ ਆਈ ਹੈ। ਹੁਣ ਜਿਹੜੇ ਗੁਰੂ ਕਹਾਏ ਨੇ ਉਹ ਸਾਰੇ ਬੇਈਮਾਨ ਸੀ। ਗੁਰੂ ਆਦਮੀ ਹੋ ਹੀ ਨਹੀਂ ਸਕਦਾ। ਗੁਰੂ ਕਦੇ ਪੈਦਾ ਹੀ ਨਹੀਂ ਹੋਇਆ ਅੱਜ ਤੱਕ। ਜੇ ਗੁਰੂ ਹੈ ਪੈਦਾ ਹੋਣ ਲੱਗੇ ਤੇ ਫਿਰ ਮੁਕਤ ਕੌਣ ਹੋਇਆ? ਤੇ ਉਹ ਗੁਰੂ ਤੋਂ ਵੱਡਾ ਕੋਈ ਸ਼ਬਦ ਹੀ ਨਹੀਂ ਹੈ। ਧਰਮ ਦੀ ਦੁਨੀਆ 'ਚ ਗੁਰੂ ਤੋਂ ਵੱਡਾ ਕੋਈ ਸ਼ਬਦ ਨਹੀਂ। ਜਿਹੜਾ ਗੁਰੂ ਪੈਦਾ ਹੋਇਆ ਠੱਗ ਹੈ ਬਨਾਰਸ। ਉਹ ਬਿਲਕੁਲ
गुरु जिन्हां के अंदले चेले भी अंधे कर्म करेन। जिन्हां दे गुरु अन्ने सी ना, गुरमत ब्रह्म विद्या तो अन्ने सी, जिन्हां नूं निराकार माया दा जड़ और चेतन दा ज्ञान नहीं, अन्ने हुंदे ने। रामचंद्र दा गुरु अन्ना है, क्यों भगवान नूं चेला मनदा अपना। हूँ कहना भगवान है, रब है, चेला मेरा, अन्ना नहीं होर की हो। ते चेले भी अंधे कर्म करे, रामचंद्र ने भी अन्ने ही काम किए। समूह वर्गा ढीठी मारता जाके भगत, उन्होंने उकसाए थे, सिमरत छात मर्यादा बनाती, मर्यादा पुरुषोत्तम बन गया। उधर जब लव कुश आए, उन्होंने दूई रिमांड में वेद पढ़े, उत्थे गोडे टेकते, हार गए सारे भाई, सारे हार गए। लव कुश के सामने, जवाकों के सामने ही हार गए, उत्थे गोडे टेकते। हुण लव कुश नूं क्यों नहीं मन्निया इन्हां लोकां ने? क्योंकि वेद तो खिलाफ वाले ने सारे। इवें साडे सिख बंदेबाद नूं क्यों मूहरे लिआउंदे ने? ये भी वो दूए ही ने, ये राज वाले ने। रामचंद्र भी राज वाला ही है, त्याग वाला नहीं। रविदास त्याग वाला है, त्याग वाला भगत है। राज वाला की अंधे कर्म करे न, अंधे कर्म करने वाले ने। तपो राज राजो का नरक है, तब तो राज मिलता है, राज तो नरक भी मिलता है। ये नरक नहीं जाना, संसारी राज ले लो। गुरबाणी की कहती है? गुरबाणी कहती है कोई हर समान नहीं राजा। हर दे समान, निराकार दे समान कोई राजा नहीं है। राजा वो है जिहदे हुक्म दे विच पौण पानी बैसंतर सारे ही ने, जिहदे हुक्म दे विच चंद सूरज ने, जिन्हें जो चीज़ बनाई है सब उहदे हुक्म दे विच है। पै विच, जिहदे पै विच पवन बहै सद पाओ, जिहदी पै विच चले लख दरियाओ, जिहदी पै विच अगन कढे बेकार, जिहदी पै विच धरती दबी पार, वो राजा है। जिहदे हुक्म बिना पत्ता नहीं चुलदा, वो राजा है। जिहदे हुक्म दे बिना जरमन मरना ही है, वो राजा है। इन्हां दा हुक्म कित्थे चलदा? ये राजा दा चलदा हुक्म। ये भूपत ने थोड़े थोड़े जमीन के टुकड़ियां के मालक अपने आप को मनते हैं। ये झूठे ने, ये भूपत सब दे दिवस चार के झूठे करत दिवाजा दावे करते हैं असीं राजे हाँ। तो गुरबाणी तो यह कहती है वो बंदे बहादुर के राज नूं टारे मारते हैं। क्यों? आप वो ने ना, आप वो हड्डी कुत्ता, हड्डी खाने वाले कुत्ते ने ना, हड्डी मुँह लगी है, सुक्की हड्डी चबण वाले कुत्ते ने आप। जब सुक्की हड्डी कुत्ता चबदा, हड्डी च कुछ नहीं होंदा, उसदियां जाबां विच हड्डी लगदी है, उसदा अपना ही खून निकलदा, कुत्ते का उन्हें महसूस होंदा खाली हड्डी चों निकलदा खून। ये भरम है। समैल जरूर होंदी है हड्डी दे विच, वो समैल है जिहड़ी उहदे च इवें माया दी जिहड़ी है समैल इन्हां नूं लगदी है, दुर्गंध दी समैल ते जांदी है मक्खी। चंदन ते मक्खी नहीं जाती, मक्खी चंदन पर हरै, मक्खी चंदन पर हरै। कबीर कहना मक्खी चंदन तो भजदी है। जै बिगंध तह जाए, जिथे भैड़ी गंध है उत्थे जाती है। दुर्गंध नहीं कहना, बिगंध कहना। देखो शब्द बिगंध वरते है, सुगंध के नाल एक बिगंध लफ्ज है, एक दुर्गंध है, तीन होंदे ने शब्द। मिठा बिगंध है जो असी खाने चीज़ां, जिन्हों अमृत कहने उन्होंने बिगंध कहा है कबीर ने। सुगंध नहीं है उन्होंने विच ना। जिहड़ी चंदन है वो सुगंध है, दुध बिगंध है, दुर्गंध नहीं है। ना सुगंध है, ना सुगंध है, ना दुर्गंध है, वो बिगंध है।
ਦੰਦ ਤੇ ਬਿਨਾ। ਮੇਰਾ ਖਿਆਲ ਹੈ ਤੁਹਾਡੀ ਡਿਕਸ਼ਨਰੀ 'ਚ ਸ਼ਬਦ ਹੀ ਨਹੀਂ ਹੈ ਇਹ। ਜਿਹੜੀ ਸੰਸਾਰੀ ਡਿਕਸ਼ਨਰੀ ਦਾ ਸ਼ਬਦ ਹੀ ਨਹੀਂ ਹੈ। ਕਿੰਨੇ ਸ਼ਬਦ ਨੇ ਜਿਹੜੇ ਹੈ ਹੀ ਨਹੀਂ ਵਿੱਚ, ਪਤਾ ਹੀ ਨਹੀਂ ਹੈ ਇਹਨਾਂ ਦਾ। ਉਹ ਡੈਪਥ ਹੀ ਗਏ ਨਹੀਂ ਭਾਸ਼ਾ ਦੇ ਵਿੱਚ। ਜਿਹੜੀ ਭਾਸ਼ਾ ਦੇ ਜਿੰਨੀ ਡੈਪਥ ਵਿੱਚ ਗੁਰਬਾਣੀ ਗਈ ਹੈ ਭਾਸ਼ਾ ਦੇ, ਯੂਨੀਵਰਸਿਟੀ ਵਾਲੇ ਗਏ ਹੀ ਨਹੀਂ। ਮੋਟੇ ਦਿਮਾਗ ਨਾਲ ਇਹ ਕੰਮ ਕੀਤਾ ਇਹਨਾਂ ਦਾ ਮੋਟੇ ਦਿਮਾਗ ਨਾਲ ਸਰ ਗਿਆ। ਬਹੁਤ ਬਰੀਕੀ ਨਾਲ ਗੁਰਬਾਣੀ ਚੱਲਦੀ ਹੈ। ਜੈ ਬਿਗੰਧ ਤਹਿ ਜਾਏ, ਕਬੀਰ ਕਹਿ ਰਿਹਾ, ਜਿਹਨੂੰ ਅਸੀਂ ਅਨਪੜ੍ਹ ਕਹਿੰਦੇ ਵੀ ਯੂਨੀਵਰਸਿਟੀ 'ਚ ਨਹੀਂ ਗਿਆ। ਕਬੀਰ ਤੇ ਸ਼ੇਰਾਂ ਲੱਗੇ, ਕਿਸੇ ਨੂੰ ਪਤਾ ਹੀ ਨਹੀਂ ਕਬੀਰ ਕੀ ਕਹਿ ਰਿਹਾ ਅੱਜ ਤੱਕ। ਉਹਨੂੰ ਕਹਿੰਦੇ ਨੇ ਅਨਪੜ੍ਹ ਹੈ। ਭਗਤੀ ਕਾਲ ਜਿਹੜੇ ਗੁਰੂ ਬਣੇ ਨੇ, ਜਿਨ੍ਹਾਂ ਨੇ ਗੁਰੂ ਬਣਾਏ ਨੇ, ਚੜਾਵਾ ਖਾਣ ਖਾਤਰ ਬਣਾਏ ਨੇ, ਗੱਲ ਹੋਰ ਕੁਛ ਵੀ ਨਹੀਂ। ਗੁਰੂ ਤਾਂ ਗੁਰੂ ਕੀ ਹੁੰਦਾ? ਸੂਰਜ ਨਾਲ ਗੁਰੂ ਦਾ ਕੰਪੈਰੀਜ਼ਨ ਕੀਤਾ ਹੋਇਆ ਗੁਰਬਾਣੀ 'ਚ। ਸੂਰਜ ਜਿੱਥੇ ਜਾਂਦਾ ਹੈ ਉਹ ਤੇ ਚਾਨਣ ਆਪੇ ਹੀ ਹੋ ਜਾਂਦਾ। ਬੋਲਣ ਦੀ ਲੋੜ ਨਹੀਂ ਹੈ ਸੂਰਜ ਨੂੰ। ਸੂਰਜ ਕੋਈ ਉਪਦੇਸ਼ ਨਹੀਂ ਕਰਦਾ, ਰੋਸ਼ਨੀ ਹੋ ਜਾਂਦੀ ਹੈ। ਬੋਲਣ ਦੀ ਲੋੜ ਨਹੀਂ ਹੈ, ਰੋਸ਼ਨੀ ਹੋ ਜਾਂਦੀ ਹੈ। ਤੇ ਜਿਹੜਾ ਟੀਚਰ ਹੈ ਉਹ ਤਾਂ ਬੋਲੂਗਾ ਤਾਂ ਉਹਦੇ ਅੰਦਰ ਰੋਸ਼ਨੀ ਪਤਾ ਨਹੀਂ ਹੋਵੇ, ਪਤਾ ਨਾ ਹੋਵੇਗਾ, ਇਹ ਵੀ ਨਹੀਂ ਪਤਾ। ਜਿਹਨੂੰ ਸਮਝਾ ਰਿਹਾ ਗਾਹਾਂ ਵਾਲੇ ਦੇ ਸਮਝ ਆਵੇ ਕਿ ਨਾ ਆਵੇ ਪਤਾ ਨਹੀਂ ਹੈ। ਕਿੰਨੀ ਸਮਝ ਆਵੇ ਕਿੰਨੀ ਨਾ ਆਵੇ ਵੀ ਪਤਾ ਨਹੀਂ। ਉਹ ਗਾਹਾਂ ਵਾਲੇ ਦੀ ਬੁੱਧੀ 'ਤੇ ਡਿਪੈਂਡ ਕਰਦਾ, ਉਹ ਸਮਝਦਾ ਕਿ ਨਹੀਂ ਸਮਝਦਾ। ਲੇਕਿਨ ਸੂਰਜ ਵਾਸਤੇ ਦੂਈ ਬੁੱਧੀ ਦੀ ਲੋੜ ਨਹੀਂ ਹੁੰਦੀ। ਇਵੇਂ ਜਿਹੜਾ ਹਿਟ ਅਪਾਉਨ ਐਨ ਆਈਡੀਆ ਨਾਮ ਹੈ, ਉਹ ਚਾਨਣ ਕਰ ਜਾਂਦਾ ਜਿੱਥੇ ਆਉਂਦਾ। ਉੱਥੇ ਬੁੱਧੀ ਦਾ ਕੋਈ ਮਤਲਬ ਨਹੀਂ। ਬੁੱਧੀ ਉਹਨੇ ਬਦਲਣੀ ਹੁੰਦੀ ਹੈ। ਉਹ ਗੁਰੂ ਹੈ। ਇਸ ਕਰਕੇ ਸ਼ਬਦ ਗੁਰੂ, ਸ਼ਬਦ ਨੂੰ, ਉਹ ਸ਼ਬਦ ਨੂੰ ਜਿਹੜਾ ਬਿਨਾਂ ਕੰਨਾਂ ਦੇ ਸੁਣਨ ਵਾਲਾ, ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ, ਉਹਨੂੰ ਗੁਰੂ ਮੰਨਿਆ ਗੁਰਬਾਣੀ 'ਚ। ਹੋਰ ਕੋਈ ਗੁਰੂ ਹੁੰਦਾ ਹੀ ਨਹੀਂ। ਇਹ ਪਰਮੇਸ਼ਰ ਨੂੰ ਗੁਰੂ ਮੰਨਿਆ। ਪਰਮੇਸ਼ਰ ਦਾ ਸ਼ਬਦ ਹੈ, ਈਸ਼ਵਰ ਦੇ ਉੱਤੇ ਪਰਮੇਸ਼ਵਰ ਹੈ। ਇਹ ਗੁਰਦੇਵ ਨੇ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ, ਉਹ ਗੁਰਦੇਵ ਨੇ ਗਿਆਨ ਦੇ ਰਹੇ ਨੇ। ਬੁਲਾਉਣ ਵਾਲਾ ਗੁਰੂ ਹੈ, ਬੋਲਣ ਵਾਲਾ ਗੁਰੂ ਨਹੀਂ ਹੈ। ਜਿਹੜਾ ਇਹਨਾਂ ਨੂੰ ਬੁਲਾਉਣ ਵਾਲਾ ਹੈ ਉਹ ਗੁਰੂ ਹੈ। ਨਾਨਕ ਨੂੰ ਬੁਲਾਉਣ ਵਾਲਾ, ਭਗਤਾਂ ਨੂੰ ਬੁਲਾਉਣ ਵਾਲਾ ਗੁਰੂ ਹੈ, ਬੋਲਣ ਵਾਲਾ ਗੁਰੂ ਨਹੀਂ ਹੈ। ਬੋਲਣ ਵਾਲਾ ਕੌਣ ਹੈ? ਬੋਲਣ ਵਾਲਾ ਦਾਸ ਹੈ। ਜੋ ਕਹਿ ਰਿਹਾ ਉਹ ਬੋਲ ਰਿਹਾ, ਉਹ ਤਾਂ ਦਾਸ ਹੈ। ਦਾਸ ਤੋਂ ਛੋਟਾ ਲਫ਼ਜ਼ ਨਹੀਂ ਹੈ, ਗੁਰੂ ਤੋਂ ਵੱਡਾ ਲਫ਼ਜ਼ ਨਹੀਂ ਹੈ। ਇਹ ਗੁਰੂ ਔਰ ਦਾਸ ਦਾ ਰਿਸ਼ਤਾ ਹੈ। ਦਾਸ ਉਹ ਹੈ ਜਿਵੇਂ ਉਹ ਚਲਾਉਂਦਾ ਉਹ ਚੱਲਦਾ ਹੈ, ਜਿਵੇਂ ਹੁਕਮ ਦਿੰਦਾ ਉਹ ਮੰਨਦਾ ਹੈ। ਉਹਦੇ ਭਾਣੇ ਚੱਲਦਾ, ਚੱਲ ਹੋਊਗਾ ਦਾਸ ਬਣ ਕੇ। ਜੇ ਦਾਸ ਨਹੀਂ ਹੈਗਾ, ਨਹੀਂ ਭਾਣੇ ਚੱਲ ਸਕਦਾ। ਇਹ ਦਾਸ ਨੂੰ ਗੁਰੂ ਬਣਾਤਾ। ਕਾਹਦੇ ਬਣਾਇਆ? ਚੜਾਵੇ ਵਾਸਤੇ। ਗੁਰੂ ਗ੍ਰੰਥ ਨੂੰ ਗੁਰੂ ਕਿਉਂ ਲਿਖਿਆ? ਚੜਾਵੇ ਵਾਸਤੇ। ਇਹ ਤਾਂ ਪੋਥੀ ਸਾਹਿਬ ਸੀਗਾ। ਕੱਲ੍ਹ ਲਿਖਿਆ, ਕੋਈ ਰਿਕਾਰਡ ਨਹੀਂ। ਕਿਉਂ ਲਿਖਿਆ? ਦਸਮ ਪਾਤਸ਼ਾਹ ਨੂੰ ਐਵੇਂ ਕਹੀ ਜਾਂਦੇ ਨੇ ਗੁਰਿਆਈ ਦੇਤੀ, ਸਭ ਝੂਠ ਹੈ। ਕੋਈ ਜਗ੍ਹਾ ਦਿਖਾਓ ਜਿੱਥੇ ਗੁਰਿਆਈ ਦਿੱਤੀ ਹੈ। ਦੱਸੋ ਕਿਹੜੀ ਭੀੜ ਸੀ? ਕਦ ਲੈ ਕੇ ਗਏ ਭੀੜ? ਉਹਦੇ ਨਾਲੇ ਨਹੀਂ ਹੈ। ਉਹ ਗਏ ਨੇ ਲੜਾਈਆਂ ਕਰ, ਉਹ ਭੀੜ ਨਹੀਂ ਫਿਰਦੇ ਦੇ ਨਾਲ। ਫਿਰ ਗੁਰਿਆਈ ਤਾਂ ਦੇਤੀ ਖਾਲਸੇ ਨੂੰ ਉਹਨਾਂ ਨੇ। ਜੇ ਪੌੜ ਲਈ ਹੈ, ਜੇ ਪੌੜ ਮੰਗੀ ਆ ਪੰਜ ਪਿਆਰਿਆਂ ਦੇ ਗੁਰਿਆਈ ਤਾਂ ਉਦੋਂ ਹੀ ਦੇਤੀ। ਫਿਰ ਪੰਥ ਕਿਵੇਂ ਚੱਲਿਆ? ਪੰਥ ਚਲਾਉਣ ਵਾਸਤੇ ਤਿਆਰ ਕੀਤੇ ਨੇ ਪੰਜ ਪਿਆਰੇ। ਪੰਥ ਕਿਵੇਂ ਚੱਲੂਗਾ ਜੇ ਗੁਰਿਆਈ ਨਹੀਂ? ਪੰਜ ਪਿਆਰੇ ਅੰਮ੍ਰਿਤ ਕਿਵੇਂ ਛਕਾ ਸਕਦੇ ਨੇ? ਪੌੜ ਕਿਵੇਂ ਤਿਆਰ ਕਰ ਸਕਦੇ ਨੇ? ਫਿਰ ਤਾਂ ਪੰਥ ਖਤਮ ਹੋ ਗਿਆ। ਇਹ ਸਾਹਿਬ ਇਹਨਾਂ ਨੇ ਝੂਠ ਬੋਲੇ ਨੇ। ਉਹ ਝੂਠ ਮੈਂ ਨੰਗੇ ਕਰਤੇ। ਕਾਹਦੇ ਵਾਸਤੇ ਕੀਤਾ ਸੀ? ਆ ਚੜਾਵੇ ਵਾਸਤੇ, ਜਿਹਦੇ ਵਾਸਤੇ ਤਲਵਾਰਾਂ ਖੜਕਦੀਆਂ ਨੇ, ਇਹਦੇ ਵਾਸਤੇ ਕੀਤਾ ਸੀ। ਨਿਰਮਲਿਆ ਕਰਤੇ। ਉਹਨਾਂ ਨੂੰ ਪਤਾ ਸੀ ਵੀ ਇਹ ਵਿਚਾਰਧਾਰਾ ਨੂੰ ਖਤਮ ਕਰਨ ਦਾ ਕੋਈ ਤਰੀਕਾ ਹੈ। ਇਹਨਾਂ ਨੂੰ ਮਾਇਆ ਦਾ ਤਿਆਗ ਹੈ, ਉਹ ਛੁਡਾ ਦਈਏ।
ਜਿਹੜੇ ਤੀਰ ਮੱਲੀਏ ਰਾਮ ਰਹੀਏ ਉਹ ਸੀਗੇ ਦੂਏ ਪਾਸੇ ਪਹਿਲਾਂ ਹੀ, ਉਹ ਇਕੱਠੇ ਕਰਕੇ ਉਹਨਾਂ ਨੇ ਗੁਰਦੁਆਰੇ ਬਣਾਏ ਸੀ। ਅਕਾਲੀ ਫੂਲਾ ਸਿੰਘ ਨੇ ਵਿਰੋਧ ਕੀਤਾ ਸੀ। ਖਾਲਸੇ ਨੇ ਕਦੇ ਵੀ ਨਾ ਰਾਜ ਲਿਆ ਨਾ ਗੁਰਦੁਆਰੇ ਦਾ ਚੜਾਵਾ ਲਿਆ। ਜਿਹੜਾ ਖਾਲਸਾ ਹੈ ਸੀ ਹੁਣ ਤੱਕ ਉਹ ਨਹੀਂ ਨੇੜੇ ਗਿਆ। ਔਰ ਜਿਹੜੇ ਦੂਏ ਨੇ ਉਹ ਬੰਦੇ ਬਹਾਦਰ ਵਾਲੇ ਨੇ, ਮਲੇਸ਼ ਖਾਲਸਾ, ਇੱਕ ਮਲੇਸ਼ ਖਾਲਸਾ ਵੀ ਆ ਗਿਆ ਨਾ ਵਿੱਚ ਬੰਦੇ ਬਹਾਦਰ ਨਾਲ। ਬੰਦਈ ਖਾਲਸਾ ਜਿਹੜਾ ਬੰਦਈ ਖਾਲਸਾ ਕਹਿੰਦਾ, ਜੇ ਬੰਦਈ ਖਾਲਸਾ ਬੰਦੇ ਬਹਾਦਰ ਦਾ 4-5 ਪਿਆਰੇ ਹੈ ਹੀ ਨਹੀਂ, ਉਹ ਤਾਂ ਇਕੱਲਾ, ਉਹ ਤਾਂ ਮਰਿਆਦਾ ਹੀ ਪਿਛਲੀ ਗੱਲ ਹੀ ਪੜ ਰਿਹਾ 5 ਪਿਆਰਿਆਂ ਵਾਲੀ। ਉਹ ਤਾਂ 11ਵਾਂ ਗੁਰੂ ਕਹਾਉਣ ਲੱਗ ਗਿਆ ਸੀ, ਮੈਂ 11ਵਾਂ ਗੁਰੂ ਹਾਂ, ਗੱਦੀ ਲਾ ਕੇ ਬੈਠਣ ਲੱਗ ਗਿਆ ਸੀ। ਰਿਕਾਰਡ ਹੈ ਸਾਡੇ ਕੋਲ। ਉਹਨੇ ਮਾਤਾ ਸੁੰਦਰੀ ਨੂੰ ਕਿਹਾ ਵੀ ਮੈਂ ਤੁਹਾਡਾ ਨਾ ਸਿੱਖ ਸੀਗਾ ਨਾ ਹੈਗਾ, ਮੈਂ ਆਜ਼ਾਦ ਹਾਂ। ਉਹ ਬੈਰਾਗੀ ਹੈ, ਸਾਧੂ ਹੈ। ਬੈਰਾਗੀ ਤੋਂ ਅੰਮ੍ਰਿਤ ਛਕੇ ਨਹੀਂ ਸਕਦਾ। ਇੱਕ ਸਿੱਖੀ ਤੇ ਦੂਈ ਸਿੱਖੀ ਚੜੇ ਨਹੀਂ ਸਕਦੀ। ਕਬੀਰ ਨੂੰ ਕਿੰਨਾ ਚਿਰ ਲੱਗਿਆ, ਗੁਰੂ ਅਮਰਦਾਸ ਨੂੰ ਕਿੰਨਾ ਚਿਰ ਲੱਗਿਆ। ਉਹਨੂੰ 1 ਮਹੀਨੇ ਦੇ ਵਿੱਚ ਅੰਮ੍ਰਿਤ ਛਕਾ ਕੇ ਪਦਵੀ ਦੇ ਦਿੱਤੀ। ਕਿੱਡਾ ਝੂਠ ਬੋਲ ਰਹੇ ਨੇ ਲੋਕ। ਫਿਰ ਉਹ ਫੜਿਆ ਕਿਵੇਂ ਗਿਆ? ਤੱਤ ਖਾਲਸਾ ਅੱਡ ਹੋਇਆ। ਉਹਦੇ ਬਾਅਦ ਤੱਤ ਖਾਲਸਾ, ਉਹਦੇ ਬਾਅਦ ਫਿਰ ਲੜਦਾ ਰਿਹਾ। ਫਿਰ ਕਾਮਯਾਬ ਕਿਵੇਂ? ਬੰਦਾ ਬਹਾਦਰ ਤਾਂ ਖਤਮ ਹੋ ਗਿਆ ਸੀ। ਫਿਰ ਕਾਮਯਾਬ ਕਿਵੇਂ ਹੋ ਗਿਆ? ਸ਼ਕਤੀ ਤਾਂ ਬੰਦੇ ਬਹਾਦਰ ਕੋਲ ਸੀ, ਬਾਕੀ ਪਿੱਛੀ ਹੋਣੀ ਸੀ। ਬੰਦੇ ਬਹਾਦਰ ਕੱਖ ਵੀ ਨਹੀਂ ਸੀਗਾ। ਉਹ ਖਾਲਸੇ ਕੋਲ ਹੁਣ ਤੱਕ ਹੈ, ਹੁਣ ਵੀ ਖਾਲਸੇ ਕੋਲ ਹੈ। ਉਹ ਹੁਣ ਅੱਜ ਵੀ ਖਾਲਸੇ ਕੋਲ ਹੈ। ਅੱਜ ਦੱਸੋ ਬੰਦੇ ਬਹਾਦਰ ਵਾਲਾ ਕੋਈ ਦੱਸੋ ਗੁਰਬਾਣੀ ਕੀ ਹੁੰਦੀ ਹੈ, ਕੀ ਕਹਿੰਦੀ ਹੈ? ਕਿ ਕਿੱਥੋਂ ਆਏ ਦੁਬਾਰਾ ਅਰਥ? ਉੱਥੋਂ ਆਏ ਜਿੱਥੋਂ ਕਹਿੰਦੇ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਉਹ 10ਵਾਂ ਗ੍ਰੰਥ 'ਚ ਲਿਖਿਆ ਹੋਇਆ। ਪਹਿਲਾਂ ਕਿਹਾ ਸੀ ਚੱਲੂ ਤਾਂ ਜੇ ਤੂੰ ਸਿਰ 'ਤੇ ਹੱਥ ਰੱਖੇ ਖਾਲਸੇ ਦੇ। ਚੱਲਦਾ ਸਿਰ 'ਤੇ ਹੱਥ ਹੈ ਜਿੱਥੇ ਚੱਲੂਗਾ, ਚੱਲਦਾ ਰਹੂਗਾ। ਜਿਹਦੀ ਮਰਜ਼ੀ ਰੋਕ ਲਵੇ। ਪਰਮੇਸ਼ਰ ਦੇ ਜੇ ਕੋਈ ਤਗੜਾ ਹੋ ਰੋਕ ਲੂਗਾ, ਜਾਂ ਪਰਮੇਸ਼ਰ ਆਪਣੀ ਮਰਜ਼ੀ ਨਾਲ ਜਾਂ ਮਰਜ਼ੀ ਰੋਕ ਲਵੇ। ਇਹ ਤੇ ਉਹਦੀ ਮਰਜ਼ੀ ਚੱਲੂਗੀ। ਅੱਜ ਦੁਨੀਆ ਦੇ ਸਾਰੇ ਧਰਮ ਕਿਉਂ ਮੰਨਦੇ ਨੇ? ਜੇ ਕਿਸੇ ਨੂੰ ਸ਼ੰਕਾ ਆ ਜਾਵੇ, ਜੇ ਕਿਸੇ ਨੂੰ ਸ਼ੰਕਾ ਧਰਮ ਤੇ ਆ ਜਾਵੇ, ਗੱਲ ਕਰੇ ਆ ਕੇ ਮੈਦਾਨ 'ਚ, ਲੋਕ ਤਾਂ ਕਹਿੰਦੇ ਫਿਰਦੇ ਨੇ ਮੇਰੇ ਗੁਰੂ ਵਾਲੀ ਗੱਲ ਬਿਲਕੁਲ ਫਰੌਡ ਹੈ। ਗੁਰੂ ਜਿਨ੍ਹਾਂ ਕੇ ਅੰਦਰਲੇ ਚੇਲੇ ਵੀ ਅੰਧੇ ਕਰਮ ਕਰੇ, ਅੰਨੇ ਕਰਮ ਇਹ ਕਰ ਰਹੇ ਨੇ। ਕੀ ਕੀਤਾ ਅਕਾਲੀ ਦਲ ਨੇ ਪਤਾ ਨਹੀਂ ਹੈ। ਅਕਾਲੀ ਦਲ ਦੀ ਕੋਈ ਇੱਕ ਬੰਦਾ ਦਿਖਾਉਣ ਇਹਨਾਂ ਦਾ ਸਿੱਖ, ਕੋਈ ਇੱਕ ਬੰਦਾ ਦਾ ਦਿਖਾਉਣ ਜੀਵਨ ਵਾਲਾ ਇਹਨੇ ਪੈਦਾ ਕੀਤਾ ਹੋਵੇ ਕਿਸੇ ਨੇ। ਹਾਂ ਮਾਇਆਧਾਰੀ ਨੇ, ਮਾਇਆਧਾਰੀ ਦਾ ਧੰਨਾ ਬੋਲਾ, ਅੰਨਾ ਬੋਲਾ ਹੁੰਦਾ ਹੀ ਹੈ ਮਾਇਆਧਾਰੀ। ਸਿਰਫ ਗੱਲ ਹੈ ਭਗਤੀ ਲਹਿਰ ਨੂੰ ਜਿਉਂਦਾ ਰੱਖਣਾ ਪਰਮੇਸ਼ਰ ਦਾ ਕੰਮ ਹੈ, ਉਹਦੀ ਡਿਊਟੀ ਹੈ। ਉਹਨੇ ਸੇਧ ਦੇਣੀ ਹੈ। ਇਹ ਦੁਨੀਆ ਬਣਾਈ ਸੇਧ ਵਾਸਤੇ ਉਹਨੇ। ਕਹਿੰਦੇ ਹਰ ਯੁੱਗ ਯੁੱਗ ਭਗਤੋਂ ਪਾਇਆ। ਗੁਰੂ ਕਾਹਦੋਂ ਪਾਇਆ? ਲਿਖਿਆ ਭਗਤੋਂ ਪਾਇਆ। ਹਰ ਯੁੱਗ ਯੁੱਗ ਭਗਤੋਂ ਪਾਇਆ। ਭਗਤ ਤਾਂ ਯੁੱਗ ਯੁੱਗ ਪੈਦਾ ਕੀਤੇ ਨੇ। ਤੁਸੀਂ ਕਿਵੇਂ ਕਹਿ ਸਕਦੇ ਭਗਤ ਧਰੂਪਰ ਲਾਤੇ ਹੈ ਜੀ? ਹਰ ਸਮੇਂ 'ਚ ਭਗਤੇ ਪੈਦਾ ਕੀਤੇ ਨੇ। ਗੁਰੂ ਕਦੇ ਪੈਦਾ ਕੀਤਾ ਹੀ ਨਹੀਂ ਉਹਨੇ, ਨਾ ਸੰਤ ਪੈਦਾ ਕੀਤਾ ਹੈ। ਪੈਜ ਰੱਖਦਾ ਆਇਆ ਰਾਮ ਰਾਜੇ, ਫਿਰ ਉਹਦੀ ਪੈਜ ਵੀ ਰੱਖੀ ਹੈ, ਉਹਦੀ ਇੱਜ਼ਤ ਵੀ ਰੱਖੀ ਹੈ, ਉਹਦੇ ਸਿਰ 'ਤੇ ਹੱਥ ਵੀ ਆਪ ਰੱਖਿਆ। ਤਾਂ ਗੁਰਬਾਣੀ ਦਰਜ ਹੈ ਗੱਲਾਂ। ਇਹ ਲਕੋਈਆਂ ਕਿਉਂ ਨੇ? ਕਿਉਂ ਗੁਰੂ ਪ੍ਰੋਜੈਕਟ ਕਰਨਾ ਦਾ ਭਗਤ ਛਪਾਉਣੇ ਸੀ। ਪ੍ਰੋਜੈਕਟ ਤਾਂ ਗੁਰੂ ਕਰਨਾ ਸੀ, ਚੜਾਵਾ ਤਾਂ ਗੁਰੂ ਦਾ ਖਾਣਾ ਸੀ। ਭਗਤ ਤਾਂ ਛਿੱਤਰ ਮਾਰੂਗਾ ਇਹਨਾਂ ਦੇ। ਭਗਤਾਂ ਨੇ ਹਮੇਸ਼ਾ ਪਖੰਡਵਾਦ ਦੇ ਛਿੱਤਰ ਮਾਰੇ ਨੇ। ਜਦ ਭਗਤ ਪੈਦਾ ਹੁੰਦਾ ਪਖੰਡਵਾਦ ਦੇ ਛਿੱਤਰ ਫੇਰਦਾ ਉਹ। ਤੇ ਪ੍ਰਹਲਾਦ ਨੇ ਵੀ ਛਿੱਤਰ ਫੇਰੇ, ਉਹਦਾ ਬਾਪ ਖਿਲਾਫ ਹੋ ਗਿਆ। ਨਾ ਧਰੂ ਨੇ ਬਾਪ ਖਿਲਾਫ ਹੋ ਗਿਆ।
ਬਾਪ ਇਹਨੂੰ ਵੱਢਣ ਨੂੰ ਫਿਰਦਾ। ਕਿਉਂ ਵੱਢਣ ਨੂੰ ਫਿਰਦਾ? ਰਾਜ ਤੋਂ ਖਿਲਾਫ ਆ ਉਹ। ਰਾਜੇ ਨੂੰ ਦੁਸ਼ਟ ਕਹਿੰਦਾ, ਨੀਚ ਕਹਿੰਦਾ। ਰਾਜਾ ਉਹਦਾ ਬਾਪ ਹੈ। ਉਹ ਕਹਿੰਦਾ ਤਾਂ ਮੈਨੂੰ ਰਾਜਾ ਨਹੀਂ ਮੰਨਦਾ, ਮੇਰੇ ਖਿਲਾਫ ਬਗਾਵਤ ਹੈ। ਉਹ ਤਾਂ ਕਹਿੰਦਾ ਇਹ ਭੂਪ ਸਭ ਦੇ ਵਿਚਾਰ ਕੇ ਝੂਠਾ ਕਹਿੰਦਾ ਉਹਨੂੰ ਕਿਵੇਂ ਬਰਦਾਸ਼ਤ ਹੋ ਜਾਵੇ? ਉਹਦੀ ਬੇਇੱਜ਼ਤੀ ਕਰਦਾ ਹੈ। ਝਗੜਾ ਇਸ ਗੱਲ ਦਾ, ਰਖੋਲੀ ਗੱਲ। ਇਹਦਾ ਟਕਰਾਅ ਹੁੰਦਾ ਰਾਜੇ ਨਾਲ, ਭਗਤ ਦਾ, ਰਾਜ ਪ੍ਰਬੰਧ ਨਾਲ। ਜੇ ਰਾਜ ਧਰਮ ਦਾ ਨਹੀਂ, ਇਹਦਾ ਟਕਰਾਅ ਹੋ ਜਾਂਦਾ ਉੱਥੇ। ਗੁਰੂ ਘਰ ਦਾ ਵੀ ਇਹੀ ਟਕਰਾਅ ਸੀ, ਰਾਜ ਨਾਲ ਟਕਰਾਅ ਸੀ। ਰਾਜ ਲੈਣ ਵਾਸਤੇ ਨਹੀਂ ਸੀ, ਰਾਜ ਪ੍ਰਾਪਤ ਕਰਨ ਵਾਸਤੇ ਨਹੀਂ ਸੀ। ਰਾਜਾ ਚੰਗਾ ਰਾਜ ਕਰੇ, ਇਸ ਵਾਸਤੇ ਟਕਰਾਅ ਸੀ। ਰਾਜਾ ਨੇਕ ਨੀਤੀ ਨਾਲ ਰਾਜ ਕਰੇ, ਸਭ ਨੂੰ ਇਨਸਾਫ ਦੇਵੇ, ਹੱਕ ਹਲਾਲ ਦਾ ਰਾਜ ਕਰੇ, ਆਪ ਸੇਵਾ ਕਰੇ, ਹੰਕਾਰ ਛੱਡ ਕੇ ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਣ। ਫਿਰ ਦਰਗਾਹ 'ਚ ਮਾਣ ਮਿਲਦਾ ਹੈ। ਆਪਣਾ ਹੰਕਾਰ ਛੱਡ ਕੇ ਸੇਵਾ ਕਰੇ, ਪਰ ਬਾਦਲ ਮੋਹ ਨਾ ਕਰੇ ਜਿਵੇਂ ਉਹਨੇ ਕੀਤੀ ਹੈ। ਉਹ ਪਖੰਡਵਾਦ ਹੈ। ਮੂੰਹ 'ਚ ਕੁਛ ਹੋਰ ਸੀ, ਮਨ 'ਚ ਕੁਛ ਹੋਰ ਸੀ। ਉਹ ਕੱਚੀ ਗੱਲ ਸੀ, ਰਾਜ ਨਹੀਂ ਸੇਵਾ। ਇਮਾਨਦਾਰੀ ਨਾਲ ਕਰੇ ਸੇਵਾ, ਫਿਰ ਮਾਨ ਮਿਲਦਾ ਹੈ। ਸੰਸਾਰ ਤਾਂ ਮਿਲਦਾ ਹੀ ਮਿਲਦਾ, ਦਰਗਾਹ 'ਚ ਮਿਲਦਾ। ਸੰਸਾਰ ਮਿਲੇ ਨਾ ਮਿਲੇ, ਪਰ ਜੇ ਕੋਈ ਚੱਲੇ ਸੱਚ ਦੇ ਮਾਰਗ ਤੇ, ਸੱਚੇ ਮਾਰਗ ਚੱਲਦੇ ਆ, ਉਸਤ ਕਰੇ ਜਹਾਨ। ਜਹਾਨ ਉਸਤ ਆਪੇ ਕਰਦਾ। ਸਾਨੂੰ ਲੋੜ ਨਹੀਂ ਉਸਤ ਕੋਈ ਕਰੇ ਨਾ ਕਰੇ, ਪਰ ਇਹ ਸੁਭਾਵਿਕ ਸੰਸਾਰ ਆਪੇ ਹੀ ਕਰਦਾ ਹੁੰਦਾ। ਇਹ ਵੀ ਯੂਨੀਵਰਸਲ ਟਰੁੱਥ ਹੈ ਇੱਕ, ਕਿ ਸੰਸਾਰ ਫਿਰ ਕਰਦਾ ਹੀ ਹੁੰਦਾ, ਭਗਤਾਂ ਨਹੀਂ ਕਰਦਾ ਹੀ ਰਿਹਾ। ਹਰ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਤੇ ਯੁੱਗ ਤੇ ਭਗਤਾਂ ਚਲੇ ਆਏ ਨੇ। ਗੁਰੂ ਕਿੱਥੇ ਆਏ ਨੇ? ਗੁਰੂਆਂ ਨੂੰ ਪ੍ਰੋਜੈਕਟ ਕਰਨ ਵਾਸਤੇ ਗੋਲਕ ਧਾਰੀ ਨੇ। ਗੋਲਕ ਧਾਰੀ ਮਾਇਆ ਵਿਚਾਲੇ ਹੈ ਗੁਰੂ ਦੇ। ਯਾਰ ਦੇਖੋ, ਮਾਇਆ ਨਾਗਣੀ। ਕਬੀਰ ਕਹਿੰਦਾ, ਕਬੀਰ ਮਾਇਆ ਨਾਗਣੀ, जग तरिया लपटाए, जो इसकी सेवा करे किसी को फिर खाए। खांदी की है? शरीर करके नहीं खाती, अकल करके खा जाती है, ज्ञान खा जाती है, बुद्ध विवेक खा जाती है। ये गोलकधारियों का विवेक खा गई सारा ही। आपस में एक दूए एक गुरु वाले आपस में एक दूए के दुश्मन। जे एक दूए के दुश्मन हो गई तो गुरु एक किवें तुहाडा? जे तुसीं तलवारां चलाउने हो एक दूए ते एक प्यो दे पुत किवें हो गए तुसीं? एक गुरु वाले किवें हो गए तुसीं? ये धोखा किहनूं दे रहे हो? अपने आप नूं दे रहे हो, दुनिया नूं दे रहे हो? दुनिया सब जानती है, पब्लिक है, ये तो जानती है। धोखा अपने आप नूं दे रहे हो तुसीं। गजी सिख हाँ, सिख होने का परम तुसीं पाली बैठे हो। दुनिया नूं भुलेखा कोई नहीं, भुलेखा तुहाडे अंदर है। अपना भुलेखा दूर कर लो जे बचना है। ते नहीं तो लखां ही थोड़े वर्गे आए, करोड़ों ही गए, ये आउण जाना। पर यह भी एक नज़ारा सी जिहड़ा पखंडवाद सी गुरु काल दे विच रहा, गुरुआं वेले रहा, जिन्हों तुसीं गुरु कहते हो भगतां नूं, गुरु नानक नूं। गुरु नानक नूं दा भगत बनिया होया सवैयां दे विच, सवैयां च भगत बनिया गुरु नानक नूं। कहते सतगुरु नानक भगत करी एक मन। सतगुरु नानक ने भी भगती करी एक मन होके, तन मन तन गोबिंद दियो। इत्थे भी बनिया। वो जड़ियां थोड़ियां डुप्लीकेट बारां ने गुरदास वालियां, वो भी बनिया होया।
ਉਹ 'ਚ ਵੀ ਮੰਨਿਆ ਹੋਇਆ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ, ਉੱਥੇ ਗੁਰੂ ਨੀ ਲਿਖਿਆ, ਗੁਰ ਲਿਖਿਆ। ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ। ਇਹ ਭਗਤੀ ਨਹੀਂ ਕੀ ਹੈ? ਭਗਤੀ ਤਾਂ ਘਟੀਆ ਹੈ, ਘਟੀਆ ਕਿਸਮ ਦੀ ਭਗਤੀ ਹੈ, ਭਗਤੀ ਵੀ ਨਹੀਂ ਹੈ, ਤਪੱਸਿਆ ਹੈ। ਇਹ ਤਾਂ ਤਪੱਸਿਆ ਕਰਾਈ ਹੈ ਤੁਸੀਂ ਗੁਰੂ ਨਾਨਕ ਤੇ। ਇਹ ਤਾਂ ਬਹੁਤ ਘਟੀਆ ਗੱਲ ਹੈ। ਉਦੋਂ ਵੀ ਭਗਤੀ ਤਾਂ ਉੱਚੀ ਗੱਲ ਹੈ। ਵੱਡੇ ਭਾਗ ਹਰਸਿਓ ਬਣ ਆਈ, ਤੁਸੀਂ ਗੁਰਦਾਸ ਦੇ ਬਾਰੇ ਹਜੇ ਲਿਖੀ ਬੈਠੇ ਹੋ। ਇਹ ਤੁਸੀਂ ਪ੍ਰਮਾਣ ਕਰ ਲਈਆਂ ਉੱਥੇ, ਕਿਉਂ ਸ੍ਰੀ ਚੰਦ ਨੇ ਲਿਖਾਈਆਂ ਨੇ ਨਾ ਵੀ ਮੇਰੇ ਵਾਲੀ ਜਿਹੜੀ ਪਰ ਹੈਗੀ ਹੈ ਇੱਥੇ ਇਸ ਤਰੀਕੇ ਨਾਲ ਗੁਰੂ ਨਾਨਕ ਨੇ ਇੱਥੇ ਆਹੀ ਲੈਵਲ ਹੈ ਗੁਰੂ ਨਾਨਕ ਦਾ, ਭਾਰੀ ਕਰੀ ਤਪੱਸਿਆ ਆਹੀ ਲੈਵਲ ਸੀ, ਗਿਆਨ ਦਾ ਲੈਵਲ ਨਹੀਂ ਸੀ। ਉਹਨਾਂ ਨੇ ਇੱਥੇ ਤੱਕ ਲਿਖ ਲਈ ਆਪਣੀ। ਦੂਆਂ ਨੇ ਇਹ ਲਿਖ ਲਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋ। ਉਹਨਾਂ ਨੇ ਇਹ ਲਿਖ ਲਿਆ ਕਿ ਦੋਏ ਇਕੱਠੇ ਹੋਏ ਤੇ ਨਾ, ਦੋਏ ਇਕੱਠੇ ਹੋਏ ਤੇ ਨਾ। ਇਹ ਦਸਤਾਵੇਜ਼ ਉਦੋਂ ਤਿਆਰ ਕੀਤਾ ਜਦੋਂ ਦੋ ਆਪਾਂ ਵਿਰੋਧੀ ਇੱਕ ਸਾਧ ਨੇ, ਸ੍ਰੀ ਚੰਦ ਕਹਿੰਦੇ ਇੱਕ ਬੇਦੀਆਂ 'ਚੋਂ ਆਏ ਨੇ, ਇੱਕ ਸੋਢੀਆਂ 'ਚੋਂ ਆਏ ਨੇ। ਜਿਹੜੇ ਸੋਢੀਆਂ 'ਚੋਂ ਆਏ ਨੇ ਉਹਨਾਂ ਨੇ ਤਾਂ ਜੋਤ ਵਾਲੀ ਗੱਲ ਹੀ ਲਿਖੀ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋ। ਉਹ ਬੇਦੀਆਂ ਨੇ ਆਪਣਾ ਲਿਖ ਲਿਆ। ਸ੍ਰੀ ਚੰਦ ਕਹਿੰਦੇ ਦੋ ਇੱਕੋ ਜਗ੍ਹਾ ਪਾਤੇ ਤੇ ਗੱਲਾਂ ਚੋਰਾਂ ਦੀਆਂ ਸਾਧਾ ਬੁੱਝ ਲੈਣੀਆਂ, ਸਾਧਾ ਨੇ ਬੁੱਝ ਲਈਆਂ ਚੋਰੀਆਂ। ਹੁਣ ਦੱਸੋ, ਜਵਾਬ ਦਿਓ। ਦੋ ਰੂਪ ਨੇ ਗੁਰੂ ਨਾਨਕ ਦੇ ਅੱਡੋ ਅੱਡ, ਇਹ ਕਿਵੇਂ ਹੋ ਗਏ? ਨਾਨਕ ਦੋ ਸੀ, ਕਿਹੜੇ ਨਾਨਕ ਦੀ ਗੱਲ ਕਰਦੇ ਹੋ ਤੁਸੀਂ? ਆ ਵੀ ਜਿਹੜੇ ਵਿਦਵਾਨ ਨਹੀਂ ਸਮਝ ਸਕੇ ਯੂਨੀਵਰਸਿਟੀਆਂ ਵਾਲੇ, ਕਿੰਨੀ ਬੁੱਧੀ ਆ ਉਹਨਾਂ ਦੀ, ਗੱਲਾਂ ਕਰਦੇ ਨੇ ਬੜਬੜੀਆਂ। ਤੁਸੀਂ ਤਾਂ ਇਹ ਮੋਟੀਆਂ ਗੱਲਾਂ ਨਹੀਂ ਬੁੱਝ ਸਕੇ, ਤੁਸੀਂ ਤਾਂ ਇਹ ਗੱਲ ਨਹੀਂ ਬੁੱਝ ਸਕੇ। ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਨਾਮਦੇਵ ਲਿਖਦਾ ਹੈ। ਆਓ ਕਲੰਦਰ ਕੇਸਵਾ, ਕੇਸਵਾ ਨੂੰ ਲਿਖਦਾ ਹੈ, ਆਪਣੇ ਮੂਲ ਨੂੰ ਲਿਖਦਾ ਹੈ। ਕਰ ਅਬਦਾਲੀ, ਹੁਣ ਤੇਰਾ ਦਾਲ ਵਾਲਾ ਭੇਸ ਹੈ, ਤੂੰ ਦੋ ਥਾਂ ਹੋਇਆ ਹੋਇਆ। ਉਹੀ ਅਬ ਕਿਉਂ ਗਵੇ ਦਾਲ, ਗੁਰੂ ਨਾਨਕ ਨੇ ਉਹੀ ਗੱਲ ਕਹੀ ਹੈ। ਦਾਲ ਕਿੱਥੇ ਆਈ ਨਾਨਕ ਕੋਲ? ਅਬ ਦਾਲੀ, ਉਹਦਾ ਅਹਿਮਦ ਸ਼ਾਹ ਅਬਦਾਲੀ ਬਣਾ ਦਿੱਤਾ ਚੱਕ ਕੇ ਟੀਕੇ 'ਚ। ਯੂਨੀਵਰਸਿਟੀ ਵਾਲਿਆਂ ਨੂੰ ਪਤਾ ਨਹੀਂ ਲੱਗਿਆ। ਉਹ ਅਹਿਮਦ ਸ਼ਾਹ ਅਬਦਾਲੀ 450 ਸਾਲ ਪਹਿਲਾਂ ਹੋਇਆ ਨਾ ਬਾਅਦ 'ਚ ਹੋਇਆ। ਸ਼ਬਦ 450 ਸਾਲ ਪਹਿਲਾਂ ਦਾ ਲਿਖਿਆ ਹੋਇਆ। ਜਿਹੜੇ ਯੂਨੀਵਰਸਿਟੀ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਿਆ, ਅਹਿਮਦ ਸ਼ਾਹ ਅਬਦਾਲੀ ਬਣਾਤਾ। ਉਹਨਾਂ ਦੀ ਬੁੱਧੀ ਕਿੰਨੀ ਹੋਊਗੀ? ਸਭ ਬੁੱਧੀਹੀਨ ਨੇ, ਵਿਦਵਾਨ ਬੁੱਧੀਹੀਨ ਹੁੰਦੇ ਨੇ। तो हिस्ट्री नाल भी नहीं तुसीं तां मिला के देख सके। इन्हां दा कोई जिम्मेवारी नहीं सी गुरबाणी पढ़न दी, कोई सहज बलोवो जैसे तत्त तुसीं ध्यान नाल पढ़िया ही नहीं, तुहानूं लोड़ ही नहीं, तुहानूं नौकरियां दी लोड़ सी, पैसिਆਂ ਦੀ लोड़ सी। असीं PhD करनी है, नौकरी करनी है, तुसीं गुरबाणी दे की लेना सी। वो कहने हर का बलोवना, कबीर की कहना हर का बलोवना बलोवो मेरे भाई। वो भाई यदि विचार करे गुरबाणी दी, ये हर का बलोवना है, दुध बना के दिता है, रटना है, ये मंथन करना है, इनू विचारना है बाणी नू। बाणी वल्लों विचार सी। वो कहना हर का बलोवना बलोवो मेरे भाई। किमें बलोवो? सहजे बलोवो, टिक के मन एक चित हो के। सहजे बलोवो जैसे तत्त न जाई, ये जो तत्त न चलिया जाए, तत्त ज्ञान किते ना हो मक्खन पिछों निकल ही ना। ते संतों माखन खाया, जरा शांति है जी अंदर, शांति ना बलोवू, सहज वसा च बलोवू, वो मक्खन खा लूगा। चो संतों माखन खाया, छाछ पीए संसार। नहीं तो विद्वाना ने छाछ लस्सी वो पीती है, जरा तत्त गायब हो गया। जिन्हें टीके ने सारे च लस्सी सी, जिन्नियां किताबां पढ़ते हो तुम सारे च लस्सी है, तत्त दिखाओ कित्थे है?
ਇੱਕ ਕਿਤਾਬ ਦਿਖਾਓ ਜੀ ਤੱਤ ਗਿਆਨ ਦੀ ਗੱਲ ਕੀਤੀ ਹੋਵੇ, ਜਿੰਨੀਆਂ ਵੀ ਲਿਖੀਆਂ ਹੋਈਆਂ ਯੂਨੀਵਰਸਿਟੀਆਂ ਪਰ ਇੱਕ ਤੱਤ ਦੀ ਗੱਲ ਇੱਕ ਦਿਖਾਓ, ਕੱਢ ਕੇ ਦਿਖਾਓ। ਕੁਛ ਵੀ ਨਹੀਂ ਹੈ। ਕੀ ਆ? ਕੁਝ ਵੀ ਨਹੀਂ। ਇੱਧਰ ਉੱਧਰ ਦੀਆਂ ਗੱਲਾਂ ਐਵੇਂ ਮਾਰੀ ਜਾਂਦੇ ਨੇ ਕਮਲੀਆਂ। ਇਹ ਸਭ ਕਮਲ ਕੁੱਟਦੇ ਨੇ, ਕੁਛ ਵੀ ਨਹੀਂ ਕੋਲ ਕਿਸੇ ਦੇ। ਸਭ ਯੂਨੀਵਰਸਿਟੀਆਂ ਨੂੰ ਮੈਂ ਜਾਣਦਾ। ਜੋ ਨੇ ਜੋਗਿੰਦਰ ਸਿੰਘ ਸੀ ਇੱਕ, ਉਹਨੇ ਵੀ ਬਣਾਈ ਸੀ ਇੱਕ, ਉਹ ਸੀ ਇੰਟਰਨੈਸ਼ਨਲ ਕਾਉਂਸਲ ਆਫ ਸਿੱਖ ਰਾਈਟਰਸ। ਉਹ 'ਚ ਮੈਂ ਚਲਿਆ ਗਿਆ, ਮੈਨੂੰ ਜਥੇਦਾਰ ਬਣਾ ਤਾ ਉਹਨਾਂ ਨੇ। ਕਹਿੰਦੇ ਵੀ ਤੈਨੂੰ ਪ੍ਰਧਾਨਤਾ ਬਣਾਉਣਾ ਨਹੀਂ ਅਸੀਂ, ਬਈ ਪ੍ਰਧਾਨ ਤਾਂ ਛੋਟਾ ਹੁੰਦਾ। ਮੈਂ ਕਿਹਾ ਪ੍ਰਧਾਨ ਹੁੰਦਾ ਹੀ ਨਹੀਂ, ਸਾਡੇ ਬਰਾਬਰ ਹੁੰਦੇ ਆ। ਕਹਿੰਦਾ ਵੀ ਠੀਕ ਹੈ, ਤੇਰੀ ਗੱਲ ਠੀਕ ਹੈ, ਤੂੰ ਜਥੇਦਾਰ ਬਣ ਜਾ। ਮੈਂ ਕਿਹਾ ਮੈਂ ਜਥੇਦਾਰ ਵੀ ਨਹੀਂ ਬਣਨਾ, ਮੈਂ ਦੇਖੂੰਗਾ ਤੁਸੀਂ ਕੀ ਕਰਦੇ ਹੋ। ਫਿਰ ਉਹ ਕਹਿੰਦਾ ਵੀ ਇਹ ਤੇ ਬੰਦੇ ਤੇ ਬਿਨਾਂ ਉਹਨੇ ਉਹ ਲਿਖਿਆ ਜਿਹੜਾ ਬਾਈਲਾਅ ਜਿਹਾ ਬਣਾਇਆ ਸੀ, ਕੋਈ ਪ੍ਰਧਾਨ ਜਾਂ ਅਹੁਦੇਦਾਰ ਨਹੀਂ ਬਣੂੰਗਾ। ਮੈਨੂੰ ਭਰੋਸਾ ਇਹਦੇ 'ਤੇ ਹੈ ਵੀ ਇਹ ਟਸ ਤੋਂ ਮਸ ਨਹੀਂ ਹੋਊ ਗੁਰਬਾਣੀ, ਤੇ ਬਾਕੀ ਸਾਰੇ ਵੇਚ ਖਾਣ ਵਾਲੇ ਨੇ, ਸਾਰੇ ਵਿਦਵਾਨਾਂ ਨੂੰ ਇਹ ਲੱਗ ਗਿਆ। ਮੈਨੂੰ ਕਿਸੇ ਨੇ ਭਰੋਸਾ ਨਹੀਂ ਵੀ ਬਕਾਊ ਮਾਲ ਨਹੀਂ ਹੈ। ਇਹ ਬੰਦਾ ਬਕਾਊ ਨਹੀਂ ਹੋ ਸਕਦਾ। ਜਿਹਨੂੰ ਇਹ ਕਹੂ ਤਾਂ ਪ੍ਰਧਾਨ ਬਣੂ, ਨਹੀਂ ਪ੍ਰਧਾਨ ਨਹੀਂ ਬਣਨ ਦੇਣਾ। ਉਹ ਵਿੱਚ ਲੈ ਗਿਆ ਸੀ। ਖੈਰ ਉਹ ਚੜਾਈ ਕਰ ਗਿਆ, ਖਤਮ ਹੋ ਗਈ ਉਹ ਗੱਲ। ਉਹ ਸਾਰੇ ਯੂਨੀਵਰਸਿਟੀਆਂ ਦੇ ਵਿਦਵਾਨ ਪੂਰੀ ਵਰਲਡ ਜਾਂਦਾ ਸੀ। ਉਹਦੇ ਥਰੂ ਮੈਨੂੰ ਸਾਰਿਆਂ ਦਾ ਪਤਾ ਸੀ। ਮੈਂ ਸਾਰਿਆਂ ਦੇ ਵਿੱਚ ਮੀਟਿੰਗਾਂ ਲੈਂਦਾ ਰਿਹਾ। ਦਿੱਲੀ ਵੀ ਇੱਕ ਹਫ਼ਤਾ ਲਾਇਆ ਸੀ ਅਸੀਂ, ਦਿੱਲੀ ਵਾਲੇ ਵੀ ਆਏ ਸੀ। ਕੱਖ ਵੀ ਨਹੀਂ ਕਿਸੇ ਦੇ ਪੱਲੇ। ਸਭ ਜਾਣਦਾ ਮੈਂ ਉਹਨਾਂ ਦੇ ਪੱਲੇ ਕੀ ਹੈ। ਕਮਲੀਆਂ ਮਾਰੀ ਜਾਂਦੇ ਨੇ, ਮਾਰੀ ਜਾਣ, ਕੀ ਫਰਕ ਪੈਂਦਾ। ਹੁਣ ਤਾਂ ਖੈਰ ਸਾਰਿਆਂ ਨੂੰ ਹੋਰਾਂ ਨੂੰ ਬਥੇਰੇ ਪਤਾ ਲੱਗ ਗਿਆ, ਮੁਸਲਮਾਨਾਂ ਨੂੰ ਪਤਾ ਲੱਗ ਜਾਣਾ। ਜਿੰਨੀਆਂ ਸਾਡੇ ਕੋਲ ਮੂਲ ਗ੍ਰੰਥ ਨੇ, ਮੂਲ ਗ੍ਰੰਥਾਂ 'ਤੇ ਆ ਕੇ ਉਹਨਾਂ ਨੂੰ ਦੁਬਾਰਾ ਖੋਜੀਏ। ਉੱਥੋਂ ਆਹ ਜਿਹੜਾ ਬਕਵਾਸ ਹੈ ਸਭ ਕਿਤਾਬਾਂ ਇਹਨਾਂ ਨੂੰ ਦਫਾ ਕਰੀਏ। ਇਹਨਾਂ ਦੀ ਹੋਲੀ ਜੜਾ ਦਿਓ ਸਾਰੀਆਂ ਦੀ। ਰਿਕਾਰਡ ਗਲਤ ਨਹੀਂ ਰੱਖੀ ਦੇ ਹੁੰਦੇ। ਉਹ ਜੀ ਉਹ ਵੀ ਰੱਖ ਲਓ ਰਿਕਾਰਡ ਗਲਤ ਰਿਕਾਰਡ ਖਤਮ ਕਰ ਦਿੱਤੇ ਹੁੰਦੇ ਨੇ। ਗਲਤ ਚੀਜ਼ਾਂ ਪੜ੍ਹ ਕੇ ਗਲਤੀਆਂ ਹੀ ਫਿਰ ਹੁੰਦੀਆਂ ਨੇ। ਜਦੋਂ ਬ੍ਰਹਮ ਗਿਆਨ ਪੈਦਾ ਹੁੰਦਾ, ਭਰਮ ਗਿਆਨ ਦਾ ਸਾਰਾ ਲਿਟਰੇਚਰ ਸਾੜ ਦਿੰਦਾ ਹੁੰਦਾ, ਖਤਮ, ਇੱਕ ਵੀ ਨਹੀਂ ਰਹਿਣ ਦਿੰਦੇ ਹੁੰਦੇ। ਜਦੋਂ ਭਰਮ ਗਿਆਨ ਹੁੰਦਾ ਪੂਰੇ ਅਰੂਜ 'ਤੇ, ਉਦੋਂ ਬ੍ਰਹਮ ਗਿਆਨ ਨੂੰ ਖੁੱਡੇ ਲੈਣ ਲਾ ਦਿੰਦਾ ਹੁੰਦਾ। ਉਹਦੇ 10 ਅਵਤਾਰ ਹੋਏ ਨੇ। ਉਹ ਸਮੁੰਦਰ ਦੇ ਵਿੱਚ ਵੇਦ ਸਿੱਟੇ, ਜਿਹੜੀ ਕਹਾਣੀ ਆਉਂਦੀ ਹੈ ਸਮੁੰਦਰ 'ਚ ਨਹੀਂ ਸਿੱਟੇ ਵੇਦ ਕਿਸੇ ਨੇ। ਆਹ ਜਿਹੜਾ ਸਮੁੰਦਰ ਗਿਆਨ ਦਾ ਇਹ 'ਚ ਡੋਬਤਾ ਤੁਸੀਂ ਭਰਮ ਗਿਆਨ 'ਚ ਵਿਗਿਆਨ, ਭਰਮ ਗਿਆਨ 'ਚ ਬ੍ਰਹਮ ਗਿਆਨ ਡੋਬਿਆ ਹੋਇਆ। ਹੁਣ ਕੱਢ ਲਓ ਵਿੱਚੋਂ। ਇਹ ਜਿਹੜਾ ਸਮੁੰਦਰ ਹੈ ਨਾ ਤੁਹਾਡੇ ਕੋਲ ਗਿਆਨ ਦਾ, ਯੂਨੀਵਰਸਿਟੀਆਂ ਦਾ, ਉਹ 'ਚ ਭਰਮ ਗਿਆਨ ਨਹੀਂ ਲੱਭਦਾ, ਡੁੱਬਿਆ ਹੋਇਆ ਵਿੱਚ। ਉਹਦੇ ਉੱਤੇ ਚੱਲਦੀਆਂ ਲਹਿਰਾਂ, ਲੋਭ ਦੀਆਂ, ਲੋਭ ਲਹਿਰਾਂ ਚੱਲਦੀਆਂ ਨੇ ਉੱਤੇ। ਉਹ ਸਮੁੰਦਰ ਦੇ ਥੱਲੇ ਐ ਪਏ ਵੇਦ, ਥੱਲੇ ਪਏ ਨੇ, ਉੱਥੋਂ ਕੱਢਣੇ ਨੇ। ਉੱਥੋਂ ਬੜਾ ਅਵਤਾਰ ਪੈਦਾ ਹੋ ਕੇ ਕੱਢੇ। ਤੇ ਉਹ ਜਿਹੜੇ 10 ਅਵਤਾਰ ਨੇ ਉਹਨਾਂ ਦੀਆਂ ਕਥਾ ਨੇ 10 ਗ੍ਰੰਥ ਵਿੱਚ। ਉੱਥੋਂ ਪਤਾ ਲੱਗਦਾ ਗੱਲ ਕੀ ਹੈ, ਪਿੱਛੇ ਕੀ ਹੁੰਦਾ ਹੈ। ਉਹ ਹੁਣ ਹੋ ਰਿਹਾ ਦੁਬਾਰਾ। ਬ੍ਰਹਮ ਗਿਆਨ ਉੱਤੇ ਆਊਗਾ, ਰੋਕ ਕੋਈ ਨਹੀਂ ਸਕਦਾ। ਲੋਕਾਂ ਨੂੰ ਲੋੜ ਹੈ। ਅਸਲ 'ਚ ਰੋਕਦੇ ਜਿਹੜੇ ਰੋਕਦੇ ਹੁੰਦੇ ਨੇ ਉਹੀ ਚਾਹੁੰਦੇ ਨੇ ਹੁਣ ਇਹਨੂੰ। ਜਿਹੜੇ ਰੋਕਦੇ ਹੁੰਦੇ ਨੇ ਨਾ, ਜਿਨ੍ਹਾਂ ਨੇ ਦੱਬੀ ਹੁੰਦੀ ਹੈ ਕਬਰ ਥੱਲੇ, ਜਦ ਉਹਨਾਂ ਨੂੰ ਇਹ ਲੋੜ ਪੈਂਦੀ ਹੈ ਵੀ ਕਬਰ 'ਚੋਂ ਕੱਢੋ, ਦੇਖੀਏ ਇਹਦਾ DNA ਕੀ ਸੀ, ਕਿਵੇਂ ਮਰਿਆ। ਸਰਕਾਰ ਉੱਤੇ ਆਰਡਰ ਹੁੰਦਾ ਹੈ, ਉਹ ਫਿਰ ਕੱਢ ਕੇ ਉਹਦਾ ਫਿਰ DNA ਚੈੱਕ ਕਰਦੇ ਨੇ ਵੀ ਇਹ ਤਾਂ ਆ ਤੁਸੀਂ ਗੜਬੜ ਕਿਹਨੇ ਕੀਤੀ ਹੈ। ਸਾਰੇ ਫੜੇ ਜਾਂਦੇ ਨੇ। ਗੜਬੜ ਵਾਲੇ ਫੜੇ ਜਾਣੇ ਨੇ ਜਿਨ੍ਹਾਂ ਨੇ ਗੜਬੜਾਂ ਕੀਤੀਆਂ ਨੇ। ਰਾਮਚੰਦਰ ਮਰਿਆਦਾ ਪੁਰਸ਼ੋਤਮ ਵਾਲੇ ਸਾਰੇ ਮੁਲਜ਼ਮ ਫੜੇ ਜਾਣੇ ਨੇ। ਸਾਰੇ ਰਿਸ਼ੀ ਮੁਨੀ ਫੜੇ ਜਾਣੇ ਨੇ ਜਿਨ੍ਹਾਂ ਨੇ ਸਿਮਰਤ ਸ਼ਾਸਤਰ ਚਲਾਏ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦਾ। ਸਿਮਰਤ ਸ਼ਾਸਤਰ 'ਚ ਪੁੰਨ ਪਾਪ ਦੀ ਵਿਚਾਰਧਾਰਾ, ਹੋਰ ਕੁਛ ਵੀ ਨਹੀਂ।
ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨੇ ਜਾਣਾ। ਤੱਤ ਗਿਆਨ ਦੀ ਸਾਰੇ ਨਹੀਂ ਹੈ ਉਹਨਾਂ ਨੂੰ, ਤੇ ਤੱਤ ਗਿਆਨ ਤਾਂ ਉੱਥੇ ਹੈ ਨਹੀਂ। ਤੇ ਸਾਡਾ ਦੇਸ਼ ਕੌਣ ਹੈ? ਰਿਸ਼ੀ ਮੁਨੀਓ ਦਾ ਦੇਸ਼ ਹੈ। ਇਹ ਸਾਰੇ ਉਸੇ ਟੋਲੇ ਦੇ ਚੇਲੇ ਨੇ। ਤੱਤ ਗਿਆਨ ਨਹੀਂ ਚਾਹੀਦਾ। ਇਹ ਰਾਜੇ ਨੇ, ਇਹਨਾਂ ਨੂੰ ਫਿੱਟ ਨਹੀਂ ਆਉਣਾ ਜਿੰਨੇ ਲੀਡਰ ਨੇ, ਕਿਉਂਕਿ ਇਹ ਤਾਂ ਫਿਰ ਜਾਣਗੇ ਜਿਵੇਂ यूपी वाले कहते ऐसे चले जाएगा जैसे गधे के सर से चीन चले गए। ये लीडर ऐ जान जिवें गधे के सर से कदे कहते सिंह होंदे ते हुण है नहीं। इन्हां नूं अपना खतरा भी साडे नूं पुछे नहीं रहनी जे तत्त ज्ञान आ गया। इन्हां नूं तां किसी ने पुछना नहीं। हौमे है, हौमे नूं खतरा हुंदा है। हंकार नूं नाम तो खतरा है, क्यों हौमे नावा नाल विरोध है। जब नाम प्रगट होता है हंकार वास्ते कोई जगह नहीं है, उत्थे हंकारियों वास्ते कोई जगह नहीं है। हौमे नावा नाल विरोध है, दोए ना बसा एक ठाए, एक था दोए नहीं बस सकते। गुरबाणी ये इशारे कर रही है, अर्थ आए ने वो अर्थ नहीं जिहड़े तुसीं ठीक इंज कीते ने। एक पासे हंकार है, राजा हंकारी हुंदा, एक पासे भगत है उत्थे नाम हुंदा। ते जिन्ने भगत टकराए ने सारे सरकार राजे नाले क्यों टकराए ने? वो तो गरीब सी। नामदेव कितना गरीब है, राजे ने हाथी मूहरे सिटिया, क्यों सिटिया? कोई तो गल होऊ ना। राजे का की बगाड़िया सी? वो जड़े राजे के चेले थे मुसलमान, राजे के गुरु बने हुए थे हिंदू, उन्होंने शिकायत करती भी है, कहना मैं गैन जुदी कर देना, मरी हुई। तो उन्होंने कहा भी साढ़े इस्लाम की हद है, यह शिकायत करती, सद लिया। वो कहता भी भाई गए नहीं जल्दी हो सकती मरी हुई राजा, ये गल किवें हो सकती है? वो कह रहा देखो बादशाह ऐसी क्यों होए, बिस्म किया जिए न कोए, फिर कह रहे ने भी उन्हें गैर जिंदी करती। वो लिख रहा गुरबाणी च, विद्वाना नूं पता ही नहीं लग्या, विद्वाना ने जुम्मेवारी ना पढ़ी होनी बाणी। विद्वान जुम्मेवार ने सारे, विद्वान मुलजम ने सारे, अपने लालच वास्ते इग्नोर की इन्होंने। वो कह रहा बादशाह ऐसी क्यों होए, बिस्म किया जिए ना कोए, कोई जिंदा हो नहीं सकता जिन्होंने आपसी बिस्म छुरी फेर दी गल ते। नामदेव तय कह रहे हैं बिट कर रहा गुरबाणी च, वो कहना गैर जिंदी करती हो। फिर गाय की है, गाय का बछड़ा भी है दसिया, ਜਾਂ ਜਿਉਂਦੀ की तो ਉਹਦੀ मटकी दुध भी भरी है। ਉਹਨੂੰ ਪੁੱਛੇ ਪਹਿਲਾਂ भी दुध ਦਿੰਦੀ गाय ਨੂੰ ਕੋਈ हलाल करता देखे, ਉਹਦਾ मांस खाने वाला ਹੁੰਦਾ। ਇਹਨਾਂ ਦਾ ਬਿਲਕੁਲ ਇਹਦਾ मतलब ਇਹਨਾਂ अंदर बुद्धि वाला कोई गुण है ही नहीं विद्वाਨਾਂ ਦੇ ਵਿੱਚ। ਜਿਹੜੇ ਖਾਂਦੇ ਨੇ जानवर ਉਹਨੂੰ ਪੁੱਛਿਓ, ਦੁੱਧ ਦੇਣੇ वाला जानवर ਦਾ ਮੀਟ नहीं ਚੰਗਾ ਹੁੰਦਾ। ਪ੍ਰੈਗਨੈਂਟ ਜਿਹੜਾ ਜਾਨਵਰ ਹੋਵੇ ਉਹਦਾ ਹੀ ਮੀਟ ਨਹੀਂ ਚੰਗਾ ਹੁੰਦਾ ਮਦੀਨ ਦਾ। ਇਸ ਕਰਕੇ ਬਲੀ ਹਮੇਸ਼ਾ ਨਰ ਦੀ ਦਿੰਦੇ ਰਹੇ ਨੇ, ਮਦੀਨ ਦੀ ਬਲੀ ਉਹ ਨਹੀਂ ਹੁੰਦੀ ਕਿਤੇ। ਉਹਦਾ ਸਰੀਰ ਮਾਸੇ ਹੋਰ ਤਰ੍ਹਾਂ ਦਾ ਹੁੰਦਾ। ਗਾਂ ਦੀ ਬਲੀ ਉਹ ਨਹੀਂ ਹੁੰਦੀ ਕਿਤੇ, ਕਿਤੇ ਲਿਖੀ ਨਹੀਂ ਹੋਈ ਕੁਰਾਨ ਦੇ ਵਿੱਚ। वो कहना बिस्म किया ने जिए को, ये कहना उन्हें जिंदी करती। सारे कथा पढ़ना ही पड़ी है, प्रचार होता रहा। किवें हो गया प्रचार? मैं वो फड़ ली, मेरी निगाह च आ गई, हुण बोलते नहीं। इन्नियां छोटी छोटियां गल्लां जिहड़ियां विद्वानां ने विरोध कीतियां, तां विद्वान मुलजम नहीं यूनिवर्सिटियां वाले दसो की ने? ये सारे मुलजम ने कटहरे खड़े करने पैने ने। दो जवाब। तुसी बड़े हंकारी होए फिरदे हो, चौड़े होए हो स्टेजां ते। मैं देखिया जिहड़ी इन्हां दी बेइज्जती हुंदी है, और जो सिंह वर्गियां दी, उन्हें कहता चिट्टे हाथी ने यूनीवर्सिटी च किवें मैं बचा कीता उन्हां दा। इन्हां दा पल्ले ही कख नहीं है इन्हां दे।
ਜਦ ਸਾਹਮਣੇ ਆ ਕੇ ਗੱਲ ਕਰਨਗੇ ਫਿਰ ਦੱਸਾਂਗੇ ਇਹਨਾਂ ਨੂੰ। ਸਟੇਜਾਂ ਛੱਡ ਅਵਲ ਤਾਂ ਇਹਨਾਂ ਨੇ ਆਉਣਾ ਹੀ ਨਹੀਂ। ਜੇ ਮੈਂ ਸਟੇਜ 'ਤੇ ਚਲਾ ਗਿਆ ਆਉਂਦਾ ਹੀ ਨਹੀਂ ਕੋਈ, ਬੁਲਾ ਕੇ ਦੇਖ ਲਿਓ, ਕਿਤੇ ਬੁਲਾ ਲਓ ਸਟੇਜ 'ਤੇ, ਜੇ ਆ ਜਾਣ ਤਾਂ ਕਹਿ ਦਿਓ, ਕੋਈ ਵਿਦਵਾਨ ਨਹੀਂ ਆਉਂਦਾ। ਜੇ ਆ ਗਏ ਤਾਂ ਭੱਜਣਗੇ, ਪਹਿਲੇ ਭੱਜਣਗੇ, ਪੱਲੇ ਕੁਛ ਹੈ ਨਹੀਂ। ਇਸ ਕਰਕੇ ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਬਹੁਤ ਕੁਛ ਹੋਰ ਕਹਿੰਦੀ ਹੈ। ਉਹ ਬਿਲਕੁਲ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਗੁਰਬਾਣੀ ਕਹਿੰਦੀ ਕੀ ਹੈ। ਗੁਰਬਾਣੀ ਤਾਂ ਆਪ ਹੀ ਗੁਰੂ ਹੈ। ਇਹ ਗੁਰਬਾਣੀ ਗੁਰੂ ਨਹੀਂ ਹੈ, ਇਹ ਵੀ ਗੱਲ ਹੈ। ਬਾਣੀ ਗੁਰੂ ਹੈ, ਬਿਨਾਂ ਕੰਨਾਂ ਸੁਣਨ ਵਾਲੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਬਾਣੀ ਜਿਹੜੀ ਹੈ ਉਹਦੇ 'ਚ ਅੰਮ੍ਰਿਤ ਹੁੰਦਾ, ਲੱਸੀ ਨਹੀਂ ਹੁੰਦੀ, ਉਹ ਰਿੜਕੀ ਨਹੀਂ ਜਾਂਦੀ। ਉਹ ਮੱਖਣ ਹੁੰਦਾ, ਪ੍ਰਥਮੇ ਮਾਖਣ ਪਾਛੇ ਦੁੱਧ। ਉਹ ਮੱਖਣ ਹੁੰਦਾ, ਦੁੱਧ ਬਣਾ ਕੇ ਦਿੱਤਾ ਹੋਇਆ ਤੁਹਾਨੂੰ। ਆਹੀ ਦੁੱਧ ਮਟਕੀ ਹੈ ਭਰੀ। ਇਹ ਗਾਂ ਜਿਉਂਦੀ ਕੀਤੀ ਸੀ। ਗਾਂ ਕੀ ਆ? ਸੁਰਤ ਮਰੀ ਹੋਈ ਜਿਉਂਦੀ ਕੀਤੀ ਹੈ। ਉਹ ਬੁੱਧ ਮਰ ਗਈ ਸੀ ਸਾਡੀ, ਜਿਹੜੀ ਬਵੇ ਸੁੱਤੀ ਪਈ ਸੀ, ਮਰੀ ਹੋਈ ਕਾਹਨੂੰ ਸੀ? ਸੁੱਤਾ ਪਿਆ ਮਰਿਆ ਹੋਇਆ ਹੁੰਦਾ। ਆਪਾਂ ਕਹਿੰਦੇ ਸੁੱਤਾ ਪਿਆ, ਬੁੱਧ ਸਾਰਿਆਂ ਦੇ ਅੰਦਰ ਹੈ, ਸੁੱਤੀ ਹੋਈ ਹੈ। ਸੁੱਤੀ ਨੂੰ ਮਰੀ ਕਹਿੰਦੇ ਨੇ। ਉਹਨੂੰ ਜਗਾਉਣਾ, ਭਗਤ ਜਗਾ ਦਿੰਦੇ ਨੇ। ਜਗਾਉਣਾ ਹੀ ਚਾਹੁੰਦਾ ਕਰਨਾ, ਸੁੱਤੀ ਮਰੀ ਹੁੰਦੀ ਹੈ। ਉਹਨੇ ਕਿਹਾ ਸੀ ਮੈਂ ਤਾਂ ਗੋ, ਕਹਿੰਦੇ ਨੇ ਬੁੱਧ ਨੂੰ, ਵੇਦ ਵਿੱਚ ਗੋ ਬੁੱਧ ਨੂੰ ਕਹਿੰਦੇ ਨੇ, ਇੰਦਰੀ ਨੂੰ ਕਹਿੰਦੇ ਨੇ। ਇੰਦਰੀ ਜਿੱਤ, ਇੰਦਰੀ ਕੌਣ ਹੈ? ਜਿਹੜੀ ਗਿਆਨ ਇੰਦਰੀਆਂ 'ਚ ਫਿਰਦੀ ਹੈ। ਸੁਰਤ ਸਾਡੀ ਪੰਜੇ ਗਿਆਨ ਇੰਦਰੀਆਂ ਜਿਹੜੀ ਫਿਰਦੀ ਉਹ ਇੰਦਰੀ ਹੈ। ਇਹਨਾਂ ਇੰਦਰੀ ਦੇ ਅਰਥ ਵੀ ਹੋਰ ਕੀਤੇ ਨੇ ਵਿਦਵਾਨਾਂ ਨੇ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਸਾਰੀ ਡਿਕਸ਼ਨਰੀ ਉਹ ਬਦਲੀ ਪਈ ਹੈ ਇਹਨਾਂ ਦੀ। ਉਹ ਡਿਕਸ਼ਨਰੀ ਹੋਰ